ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦਾ ਖਾਸ ਸ਼ੋ। ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ। ਗੁੱਸਾ, ਅਣਖ, ਰੁਤਬਾ, ਇੱਜ਼ਤ, ਇਹ ਉਹ ਸ਼ਬਦ ਨੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਉਹ ਗੱਲਾਂ ਭਰਦੇ ਨੇ ਕਿ ਹਾਂ ਸਮਾਜ ਕੀ ਕਹੇਗਾ। ਅਸੀਂ ਉਸ ਸਮਾਜ ਦੀ ਖਾਤਰ ਹੀ ਚੱਲਦੇ ਹਾਂ। ਪਰ ਆਖਿਰਕਾਰ ਇਹ ਤਾਂ ਸੋਚੋ, ਤੁਹਾਡੇ ਬੱਚੇ ਕਦੇ ਤੁਹਾਡੇ ਦਿਲਾਂ ਦੀ ਜਾਨ ਹੁੰਦੇ ਨੇ ਕਿ ਅਣਖ ਦੇ ਨਾਮ ਤੇ ਇੱਕ ਪਾਸੇ ਧੀ ਦਾ ਕਤਲ ਤੇ ਗੁੱਸੇ ਦੇ ਵਿੱਚ ਆ ਕੇ ਇੱਕ ਪਿਓ ਨੂੰ ਹੀ ਧੀ ਨੇ ਮਾਰ ਦਿੱਤਾ ਗਿਆ। ਯਾਨੀ ਕਿ ਇਨਸਾਨੀ ਰਿਸ਼ਤੇ ਕਿਤੇ ਨਾ ਕਿਤੇ ਖਤਮ ਹੁੰਦੇ ਜਾ ਰਹੇ ਨੇ। ਅਣਖ ਕਿੱਥੇ ਹੈ, समाज कित्थे है, ਅਸੀਂ ਕੀ सोच रहे हैं। यह सवाल थोड़े नाल भी है कि आखिरकार कदों खत्म होणगे अणख दे नाम ते हुंदे कोई कतल, क्यों धीआं मरनगियां ते क्यों ਜਿਹੜਾ ਰਿਸ਼ਤਾ ਹੈ ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਕਦੋਂ ਸੁਧਰੇਗਾ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਕਤਲ ਵੱਧਦੇ ਹੀ ਜਾ ਰਹੇ ਨੇ। ਜਿੱਥੇ ਦੇਖੋ ਗੁੱਸਾ ਆਇਆ ਕਤਲ ਕਰ ਦਿੱਤਾ। ਸੋ ਕਦੋਂ ਖਤਮ ਹੋਣਗੇ ਅਣਖ ਦੇ ਨਾਮ ਤੇ ਹੁੰਦੇ ਕਤਲ, ਰਿਸ਼ਤਿਆਂ ਦੇ ਵਿੱਚ ਨਫ਼ਰਤ ਵਧਣ ਦਾ ਕਾਰਨ ਕੀ ਹੈ, ਇਸ ਪਿੱਛੇ ਗੱਲਬਾਤ ਕਰਾਂਗੇ। ਪਰਿਵਾਰਕ ਰਿਸ਼ਤਿਆਂ ਦੇ ਵਿੱਚ ਤਣਾਅ ਕਿਉਂ ਵੱਧ ਰਿਹਾ, ਕਿ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾ ਰਹੇ, ਕਿ ਬੱਚਿਆਂ ਦੇ ਨਾਲ ਬੈਠ ਨਹੀਂ ਪਾ ਰਹੇ, ਜਾਂ ਉਹਨਾਂ ਨੂੰ ਸਮਝਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ। ਘਟਨਾਵਾਂ ਦੇ ਲਈ ਸਮਾਜਿਕ ਤਾਣਾ ਬਾਣਾ ਕਿੰਨਾ ਜ਼ਿੰਮੇਦਾਰ ਹੈ, ਯਾਨੀ ਕਿ ਸਮਾਜ ਵੀ ਕਿਤੇ ਨਾ ਕਿਤੇ ਉਸ ਦੀ ਜ਼ਿੰਮੇਦਾਰੀ ਹੁੰਦੀ ਹੈ ਇਸ ਬਿਹੇਵੀਅਰ ਦੇ ਲਈ। ਕਿਉਂਕਿ ਜਦੋਂ ਅਸੀਂ ਕੁਝ ਕਰਨ ਲੱਗਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਇਹ ਸੋਚ ਆਉਂਦੀ ਹੈ, ਜੇ ਅਸੀਂ ਇਹ ਗਲਤੀ ਕੀਤੀ ਹੈ, ਅਸੀਂ ਕੰਮ ਕੀਤਾ ਜਾਂ ਕੁਝ ਕਰਨ ਜਾ ਰਹੇ ਹਾਂ, ਲੋਕੀ ਕੀ ਕਹਿਣਗੇ। ਸੋ ਪਹਿਲਾ ਵਰਡ ਲੋਕ, ਉਹ ਸਮਾਜ ਜਿਹੜਾ ਸਾਨੂੰ ਦੇਖ ਰਿਹਾ, ਪਰ ਉਸਨੇ ਸਾਨੂੰ ਦੇਣ ਨਹੀਂ ਕੁਛ ਆਉਣਾ, ਨਾ ਹੀ ਕਦੀ ਸਾਡੇ ਰਿਸ਼ਤਿਆਂ ਦੇ ਵਿੱਚ ਸੁਧਾਰਨ ਦੇ ਲਈ ਕਦੀ ਸਾਡੀ ਮਦਦ ਕਰਨੀ ਹੈ। ਸੋ ਜੋ ਵੀ ਕਰਨਾ ਅਸੀਂ ਖੁਦ ਹੀ ਕਰਨਾ। ਮਨੁੱਖੀ ਰਿਸ਼ਤਿਆਂ ਦੇ ਵਿੱਚ ਪਰਿਵਾਰਕ ਸਾਂਝ ਖਤਮ ਹੋਣ ਦੇ ਕਾਰਨ ਕੀ ਨੇ? ਅਕਸਰ ਤੁਸੀਂ ਦੇਖਿਆ ਹੋਵੇਗਾ ਮਾਪਿਓ ਲੜਦੇ ਨੇ, ਉਹ ਵੀ ਬੱਚਿਆਂ ਦੇ ਸਾਹਮਣੇ। ਸੋ ਇਹ ਵੀ ਕਾਰਨ ਹੈ ਕਿਤੇ ਨਾ ਕਿਤੇ ਅਸੀਂ ਆਪਣੇ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਕਿ ਬੱਚੇ ਤੇ ਮਾਪੇ ਇੱਕ ਦੂਜੇ ਨੂੰ ਦੇ ਪ੍ਰਤੀ ਜਿਹੜਾ ਫਰਜ਼ ਹੈ, ਉਹਨਾਂ ਦੀ ਡਿਊਟੀ ਹੈ ਕਿ ਭੁੱਲਦੇ ਜਾ ਰਹੇ ਨੇ। ਕਿਉਂਕਿ ਬੱਚਿਆਂ ਦਾ ਵੀ ਫਰਜ਼ ਹੈ, ਮਾਪਿਓ ਦਾ ਵੀ ਫਰਜ਼ ਹੈ। ਸੋ ਉਹ ਫਰਜ਼ ਕਿਤੇ ਨਾ ਕਿਤੇ ਸਮਝ ਹੀ ਨਹੀਂ ਆ ਰਹੇ ਕਿ ਹੋ ਕੀ ਪਾ ਰਿਹਾ। ਸੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। ਜੇਕਰ ਤੁਸੀਂ ਕੋਈ ਆਪਣੀ ਰਾਏ ਸ਼ਾਮਿਲ ਕਰਨਾ ਚਾਹੁੰਦੇ ਹੋ, ਜਾਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਜਾਂ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਪਰੇਸ਼ਾਨੀ ਚੱਲ ਰਹੀ ਹੈ, ਸਾਡੇ ਖਾਸ ਮਹਿਮਾਨ ਜਿਹੜੇ ਨੇ ਨਿਸ਼ੀ ਕੋਠਾ, ਸਾਈਕੋ ਥੈਰੇਪਿਸਟ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਸਵਾਗਤ ਕਰਨਾ ਚਾਹਾਂਗੇ ਨਿਸ਼ੀ ਮੈਮ ਤੁਹਾਡਾ। ਥੈਂਕ ਯੂ। ਹਾਂਜੀ ਨਿਸ਼ੀ ਮੈਮ, ਤੁਸੀਂ ਦੇਖਿਆ ਹੋਵੇਗਾ ਅੱਜ ਦਾ ਜਿਹੜਾ ਮੁੱਦਾ ਬਹੁਤ ਹੀ ਕਹਿ ਲਈਏ ਬਹੁਤ ਸੈਂਸਿਟਿਵ ਹੈ। ਬਿਹੇਵੀਅਰ ਤੇ ਅਸੀਂ ਗੱਲ ਕਰਾਂਗੇ। ਤੁਸੀਂ ਦੇਖਿਆ ਹੋਵੇਗਾ ਇੱਕ ਪਿਓ ਦੇ ਵੱਲੋਂ ਆਪਣੀ ਧੀ ਨੂੰ ਮਾਰ ਦਿੱਤਾ ਗਿਆ, ਔਰ ਇਸ ਕਦਰ ਮਾਰਿਆ ਗਿਆ, ਬਿਨਾਂ ਗੱਲ ਸੁਣੇ, ਬਿਨਾਂ ਗੱਲ ਸਮਝੇ ਉਸਨੂੰ ਮਾਰ ਤਾਂ ਦਿੱਤਾ ਗਿਆ, ਪਰ ਬਾਅਦ ਵਿੱਚ ਜੋ ਉਸਦੀ ਲਾਸ਼ ਦੇ ਨਾਲ ਕੀਤਾ ਗਿਆ, ਉਸਨੂੰ ਪਿੰਡ ਪਿੰਡ ਘੜੀਸਿਆ ਗਿਆ ਔਰ ਬਾਅਦ ਵਿੱਚ ਸੁੱਟ ਦਿੱਤਾ ਗਿਆ। ਤੁਹਾਨੂੰ ਨਹੀਂ ਲੱਗਦਾ ਆਪਣੇ ਬੱਚੇ ਦੇ ਨਾਲ ਕੋਈ ਪਿਓ ਕਿਵੇਂ ਅਜਿਹਾ ਕਰ ਸਕਦਾ? ਮਤਲਬ ਠੀਕ ਹੈ ਉਸ ਕੋਲ ਉਹ ਗਲਤੀ ਹੋਈ, ਉਹ ਨਹੀਂ ਦੱਸ ਪਾਈ, ਜਾਂ ਉਹ ਜਿੱਥੇ ਵੀ ਗਈ ਹੋਵੇ, ਪਰ ਮਾਪਿਓ ਦਾ ਵੀ ਤਾਂ ਕੁਝ ਫਰਜ਼ ਹੁੰਦਾ ਆਪਣੇ ਬੱਚਿਆਂ ਦੇ ਪ੍ਰਤੀ। ਬਿਲਕੁਲ। ਇਹਦੇ ਵਿੱਚ ਇਸ ਕੇਸ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ, ਫਾਦਰ ਨੂੰ ਡੈਫੀਨੇਟਲੀ ਆਪਣੀ ਕੁੜੀ ਤੇ ਗੁੱਸਾ ਸੀਗਾ, ਹੈ ਨਾ, ਪਰ ਇਹਦਾ ਜਿਹੜਾ ਗੁੱਸਾ ਸੀਗਾ ਇਹ ਨਾਰਮਲ ਇੰਟੈਂਸਿਟੀ ਦਾ ਸੀਗਾ ਨਹੀਂ। ਇਹਨੂੰ ਬੱਚੀ ਨੂੰ ਮਾਰਨ ਤੋਂ ਬਾਅਦ ਵੀ ਉਹਨੂੰ ਘਸੀੜਦਾ ਗਿਆ ਪੂਰੇ ਪਿੰਡ, ਜਸਟ ਟੂ ਸ਼ੋ ਕਿ ਮੈਂ ਪਿੰਡ ਵਾਲਿਆਂ ਨੂੰ ਕੋਈ ਸਬਕ ਸਿਖਾਉਣਾ ਚਾਹੁੰਦਾ, ਕੁੜੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਕਿ ਇਹੋ ਜਿਹੀ ਚੀਜ਼ ਦੁਬਾਰਾ ਸੁਸਾਇਟੀ ਦੇ ਵਿੱਚ ਨਾ ਹੋਏ। ਹੇਅਰ ਹੀ ਇਜ਼ ਆਈਡੈਂਟੀਫਾਈਂਗ ਹਿਮਸੈਲਫ ਕਿ ਭਈਆ ਮੈਂ ਹੀ ਕਰਤਾ ਦਰਤਾ, ਮੀਨਸ ਦਿਸ ਇਜ਼ ਅ ਕੇਸ ਆਫ ਨਾਰਸਿਸਟ ਬਿਹੇਵੀਅਰ। ਨਾਰਸਿਸਟ ਬਿਹੇਵੀਅਰ ਮਨੇ ਕਿ ਮੈਂ ਦੱਸਾਂਗਾ ਕਿ ਕੀ ਮੈਨੂੰ ਦੱਸਣਾ ਹੈਗਾ ਕਿ ਕੀ ਕਰਨਾ ਚਾਹੀਦਾ ਹੈਗਾ। ਇਸ ਕਾਈਂਡ ਦਾ ਐਂਗਰ ਬੇਸਿਕਲੀ ਬੱਚਿਆਂ ਦੀ ਭਲਾਈ ਵਾਸਤੇ ਨਹੀਂ ਹੁੰਦਾ। ਇਹ ਹੁੰਦਾ ਕਿ ਯੂ ਆਰ ਜਸਟ ਆਬਜੈਕਟੀਫਾਈਂਗ ਯੋਰ ਚਾਈਲਡ। ਤੁਸੀਂ ਇੱਕ ਆਬਜੈਕਟ ਨੂੰ ਯੂਜ਼ ਕਰ ਰਹੇ ਹੋ ਆਪਣਾ ਮੈਸੇਜ ਦੇਣ ਲਈ। ਸੇ ਡੈਫੀਨੇਟਲੀ ਦਿਸ ਇਜ਼ ਅ ਵੈਰੀ ਨੈਗੇਟਿਵ, ਐਕਸਟ੍ਰੀਮ ਨੈਗੇਟਿਵ ਨਾਰਸਿਸਟ ਬਿਹੇਵੀਅਰ। ਕਿਉਂਕਿ ਤੁਸੀਂ ਬੱਚੇ ਨੂੰ ਪੈਦਾ ਨਹੀਂ ਕੀਤਾ, ਤੁਸੀਂ ਜ਼ਰੀਆ ਸੀਗੇ, ਉਹ ਰੱਬ ਦੀ ਦੇਣ ਸੀਗਾ। ਜਦ ਤੁਸੀਂ ਕਿਸੇ ਨੂੰ ਦੁਨੀਆ 'ਚ ਨਹੀਂ ਲੈ ਕੇ ਆ ਸਕਦੇ, ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਉਹਨੂੰ ਦੁਨੀਆ ਤੋਂ ਅਲਵਿਦਾ ਵੀ ਕਹਿ ਦਿਓ। ਇਹ ਰੱਬ ਦੀ ਦੇਣ ਸੀਗੀ ਜਿਹਨੂੰ ਤੁਸੀਂ ਨਿਰਾਦਰ ਕੀਤਾ ਹੈਗਾ। ਮੈਨੂੰ ਨਹੀਂ ਲੱਗਦਾ ਇਹ ਐਕਸੈਪਟ ਕੀਤਾ ਜਾਏਗਾ ਕਿਸੇ ਵੀ ਸੁਸਾਇਟੀ ਦੇ ਵਿੱਚ। ਪਰ ਨਿਸ਼ੀ ਮੈਮ ਦੇਖਿਆ ਜਾਵੇ ਇੰਨੀ ਨਫ਼ਰਤ ਇਸ ਵੇਲੇ ਦਿਮਾਗ ਦੇ ਵਿੱਚ, ਕਿਉਂਕਿ ਜਦੋਂ ਅਸੀਂ ਉਸ ਪਿਤਾ ਨੂੰ ਸੁਣਿਆ ਜਦੋਂ ਕਸਟਡੀ ਦੇ ਵਿੱਚ ਸੀ ਪੁਲਿਸ ਦੀ, ਤਾਂ ਉਸਦੀ ਇੱਕ ਗੱਲ ਸੀ, ਉਸਨੇ ਕਿਹਾ ਕਿ ਇਹ ਸਬਕ ਹੈ ਉਹਨਾਂ ਸਾਰਿਆਂ ਦੇ ਲਈ ਜੋ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਨੇ। ਸੋ ਇਸ ਸਮਾਜ ਨੂੰ ਵੀ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੇਰੀ ਬੱਚੀ ਨੇ ਕੀ ਕੀਤਾ, ਮੈਂ ਆਪਦੇ ਬੱਚੇ ਨੂੰ ਨਹੀਂ ਬਖਸ਼ਦਾ, ਤੁਸੀਂ ਵੀ ਸਮਝ ਜਾਓ। ਸੋ ਮਤਲਬ ਕੀ ਇਹ ਮੈਸੇਜ ਸੀ ਕਿ ਤੁਹਾਨੂੰ ਲੱਗਦਾ ਕਿ ਜੋ ਗੱਲਾਂ ਉਸਨੇ ਕਹੀਆਂ ਉਹ ਬਿਲਕੁਲ ਸਹੀ ਸਨ? ਕੁਝ ਲੋਕ ਐਗਰੀ ਵੀ ਕਰਦੇ ਹੋਣਗੇ ਜੋ ਉਸ ਪਿਓ ਨੇ ਕੀਤਾ ਉਹ ਸਹੀ ਕੀਤਾ, ਠੀਕ ਹੈ, ਉਹਨਾਂ ਦੀ ਮੈਂਟੈਲਿਟੀ ਹੋਵੇਗੀ, ਪਰ ਕਿਸੇ ਨੂੰ ਮੌਤ ਦੇਣਾ ਤੁਹਾਨੂੰ ਕਿਸਨੇ ਹੱਕ ਦਿੱਤਾ? ਇਹ ਜੀ ਇਹ ਐਕਸਟ੍ਰੀਮ ਬਿਹੇਵੀਅਰ ਹੈਗਾ। ਇਹਨੂੰ ਕਹਾਂਗੇ ਹੀ ਵਾਜ਼ ਟੋਟਲੀ ਇੰਟੌਕਸੀਕੇਟਿਡ ਇਨ ਦੀ ਨਸ਼ਾ, ਮਤਲਬ ਉਹ ਨਸ਼ੇ ਦੇ ਵਿੱਚ ਇੰਟੌਕਸੀਕੇਟਿਡ ਸੀਗਾ। ਨਸ਼ਾ ਜ਼ਰੂਰੀ ਨਹੀਂ ਕੋਈ ਤੁਹਾਡਾ ਡਰੱਗਸ ਦਾ ਹੀ ਨਸ਼ਾ ਹੁੰਦਾ, ਨਸ਼ਾ ਮਤਲਬ ਵੈਲਿਊਜ਼ ਦਾ ਵੀ ਨਸ਼ਾ ਹੁੰਦਾ। ਉਹ ਆਈਡੈਂਟੀਫਾਈ ਕਰ ਰਿਹਾ ਆਪਣੇ ਨੂੰ ਪਰਟੀਕੂਲਰ ਕਿਸੇ ਸੈੱਟ ਦੇ ਨਾਲ ਕਿ ਸਾਡੇ ਵਿੱਚ ਇਹ ਨਹੀਂ ਹੋ ਸਕਦਾ। ਹੀ ਇਜ਼ ਜਸਟ ਹੀ ਇਜ਼ ਗਲੋਰੀਫਾਈਂਗ ਹਿਜ਼ ਆਈਡੈਂਟਿਟੀ। ਉਹ ਆਪਣੀ ਆਈਡੈਂਟਿਟੀ ਦੇ ਨਸ਼ੇ ਦੇ ਵਿੱਚ ਇੰਨਾ ਉਲਝ ਗਿਆ ਹੈ ਕਿ ਉਹਨੂੰ ਆਪਣੀ ਕੁੜੀ ਵੀ ਨਹੀਂ ਦਿਖੀ, ਕਿ ਉਹਨੂੰ ਦਿਖਿਆ ਕਿ ਮੇਰੀ ਆਈਡੈਂਟਿਟੀ ਇਜ਼ ਮੋਰ ਇੰਪੋਰਟੈਂਟ ਦੈਨ ਮਾਈ ਚਾਈਲਡ। ਇਹ ਇੱਥੇ ਜਾ ਕੇ ਉਹਨੇ ਗਲਤੀ ਕਰ ਲਈ ਹੈ।
ਠੀਕ ਹੈ ਨਿਸ਼ੀ ਮੈਮ, ਦੂਜੇ ਪਾਸੇ ਗੱਲ ਕਰੀਏ, ਅੱਜ ਕੱਲ੍ਹ ਦੇ ਰਿਸ਼ਤੇ ਤੁਸੀਂ ਦੇਖੇ ਹੋਣਗੇ, ਰਿਸ਼ਤਿਆਂ ਦੇ ਵਿੱਚ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਇਦਾਂ ਲੱਗਦਾ ਕਿ ਅਹਿਸਾਸ ਹੀ ਖਤਮ ਹੋ ਚੁੱਕੇ, ਭਾਵੇਂ ਉਹ ਰਿਸ਼ਤਾ ਕੋਈ ਵੀ ਹੋਵੇ, ਮਾਪਿਓ ਦਾ ਰਿਸ਼ਤਾ ਆਪਣੇ ਬੱਚਿਆਂ ਦੇ ਨਾਲ ਹੋਵੇ, ਕੋਈ ਦੋਸਤ ਦੇ ਨਾਲ ਹੋਵੇ, ਇੱਥੋਂ ਤੱਕ ਕਿ ਪਤੀ ਪਤਨੀ ਵੀ, ਇਹ ਚੀਜ਼ਾਂ ਜਿਹੜੀਆਂ ਨੇ ਖਤਮ ਹੁੰਦੀਆਂ ਜਾਂਦੀਆਂ ਦਿਖਾਈ ਦਿੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਇਸ ਪਿੱਛੇ ਰੀਜ਼ਨ ਕੀ ਹੈ, ਕਿਉਂ ਰਿਸ਼ਤਿਆਂ ਦੀ ਕਦਰ ਜਿਹੜੀ ਹੈ ਘਟਦੀ ਜਾ ਰਹੀ ਹੈ? ਦੇਖੋ ਜੀ, ਇਹਦਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦੇਣੀ ਆ। ਅੱਜ ਤੋਂ 20-30 ਇਅਰਸ ਪਹਿਲਾਂ ਤਾਂ ਤੁਸੀਂ ਕਿਸੇ ਦੇ ਡਰਾਇੰਗ ਰੂਮ 'ਚ ਜਾਓਗੇ ਨਾ, ਤੁਹਾਨੂੰ ਇੱਕ ਫੈਮਿਲੀ ਪਿਕਚਰ ਦਿਖੇਗੀ, ਹਸਬੈਂਡ ਵਾਈਫ, ਮੰਮੀ ਪਾਪਾ ਤੇ ਬੱਚੇ ਦਿਖਣਗੇ ਫੈਮਿਲੀ ਦੇ ਵਿੱਚ। ਹੁਣ ਅੱਜ ਕੱਲ੍ਹ ਉਹ ਪਿਕਚਰਾਂ ਨਹੀਂ ਦਿਖਦੀਆਂ। ਹੁਣ ਤੁਸੀਂ ਦੇਖੋ, ਤੁਹਾਡੇ ਫੇਸਬੁੱਕ ਤੇ ਤੁਹਾਡੀ ਇੰਡੀਵਿਜੂਅਲ ਪਿਕਚਰ ਹੋਏਗੀ, WhatsApp ਦੀ DP ਦੇ ਵਿੱਚ ਤੁਹਾਡੀ ਇੰਡੀਵਿਜੂਅਲ ਫਿਟ ਹੋਏਗੀ। ਨਾਓ ਦ ਟਾਈਮ ਹੈਜ਼ ਚੇਂਜ ਕਿ ਅਸੀਂ ਨਾ ਆਪਣੇ ਉੱਤੇ ਫੋਕਸ ਕਰ ਰਹੇ ਹਾਂ। ਵੀ ਆਰ गेटिंग इनटू द वर्ल्ड wherein we are trying to love ourselves। हम नार्सिस्ट बनते जा रहे हैं, वी आर जस्ट बिकमिंग नार्सिस्ट, वी आर नॉट वैल्यूइंग रिलेशनशिप्स। जद कि अगर तुसी देखिया होगा, देयर वाज अ सर्वे इन अमेरिका विच वाज डन एंड पीपल सेड 65% ऑफ पॉपुलेशन सेड दैट वी फील हैप्पी व्हेन वी हैव हारमोनियस रिलेशनशिप एट होम। मतलब जे मेरा रिश्ता चंगा होंदा है, मैं खुश होना है। जे पोजीशन, पावर, मनी, दे डोंट गिव यू हैप्पीनेस, ओनली द रिलेशनशिप गिव्स यू हैप्पीनेस। बट वी डू नॉट वांट टू इन्वेस्ट इन अ रिलेशनशिप। असी हुण रिश्तिਆਂ ਦੇ ਵਿੱਚ ਇਨਵੈਸਟ ਹੀ ਨਹੀਂ ਕਰਨਾ ਚਾਹੁੰਦੇ। ਸਾਨੂੰ ਆਪਣੀ ਫਰੀडम ਚਾਹੀਦੀ ਹੈ, ਸਾਨੂੰ ਆਪਣੀ ਸਪੇਸ ਚਾਹੀਦੀ ਹੈ, ਸਾਨੂੰ ਆਪਣੇ ਡ੍ਰੀਮਸ ਚਾਹੀਦੇ ਨੇ। ਵੀ ਡੂ ਨॉट ਟਾਕ ਇਨ ਗਰੁੱਪ। ਅਸੀਂ ਹੁਣ ਵੀ ਕਰਕੇ ਗੱਲ ਨਹੀਂ ਕਰਦੇ, ਅਸੀਂ ਹੁਣ ਆਏ ਕਰਕੇ ਗੱਲ ਕਰਦੇ ਹਾਂ। All focus on ourselves. In this case also the father was focusing my self respect, मेरी अणख, it is me। ਅਸੀਂ me ਦੇ ਚੱਕਰ 'ਚ ਭੁੱਲ ਜਾਂਦੇ ਹਾਂ ਕਿ ਮੇਰਾ ਰੋਲ ਐਜ਼ ਅ ਫਾਦਰ ਕੀ ਹੈ। ਸੁਸਾਇਟੀ ਨੂੰ ਮੈਸੇਜ ਦਿਓ, ਪਰ ਤੁਹਾਡਾ ਯੂ ਫੇਲਡ ਐਜ਼ ਅ ਫਾਦਰ ਨਾ, ਇਹ ਉਹ ਭੁੱਲ ਜਾਂਦੇ ਨੇ ਉਸ ਨਸ਼ੇ ਦੇ ਵਿੱਚ। ਠੀਕ ਹੈ ਨਿਸ਼ੀ ਮੈਮ, ਦੂਜੇ ਪਾਸੇ ਉਸ ਕੁੜੀ ਦੀ ਗੱਲ ਕਰੀਏ ਜਿਸ ਦੇ ਵੱਲੋਂ ਆਪਣੇ ਪਿਓ ਨੂੰ ਮਾਰ ਦਿੱਤਾ ਗਿਆ। ਠੀਕ ਹੈ, ਉਹਦਾ ਪਿਓ ਨਸ਼ੇੜੀ ਹੋਵੇਗਾ, ਝਗੜਾ ਕਰਦਾ ਹੋਵੇਗਾ, ਗੱਲਬਾਤ ਜੋ ਵੀ ਹੋਏਗੀ, ਸਿਚੁਏਸ਼ਨ ਨਹੀਂ ਪਤਾ ਕਿ ਦੂਸਰੇ ਐਂਡ ਤੇ ਕੀ ਕੁਝ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਵੀ ਧਿਆਨ ਦੇਣ ਵਾਲੀਆਂ ਨੇ। ਨਿਸ਼ੀ ਮੈਮ, ਇਹਦਾ ਜਵਾਬ ਤਾਂ ਤੁਹਾਡੇ ਕੋਲੋਂ ਲਵਾਂਗੇ, ਪਰ ਉਸ ਤੋਂ ਪਹਿਲਾਂ ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਹਾਂਜੀ, ਹੈਲੋ ਜੀ। ਇੱਕ ਤਾਂ ਆਪਾਂ ਹੈਗੇ ਪਰਿਵਾਰ ਦੀ ਤੌਰ ਤੇ ਆਪਣੀ ਜੀ, ਮਤਲਬ ਮੇਰੇ ਵੀ ਲਾ ਲਓ ਜੀ, ਵੀ ਮੈਂ ਮੇਨ ਹੈ ਤੇ ਅਸੀਂ ਤਾਂ ਵੀ ਸਾਰਿਆਂ ਨੂੰ ਮਿਲਦੇ ਹਾਂ। ਨੰਬਰ 2 ਤੇ ਜੀ, ਨੰਬਰ 2 ਤੇ ਜੀ ਆਪਾਂ ਮਤਲਬ ਕਿ ਕੁੜੀ ਦੀ ਗਲਤੀ ਸੀਗੀ, ਗਲਤੀ ਕੁਛ ਨਹੀਂ ਕਿ ਮਤਲਬ ਕਿ ਯਾਦੀ ਸਾਰਿਆਂ ਦੀ ਆਪਣੀਆਂ ਵਾਸਤੇ ਇੰਨੀ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ। ਬਾਕੀ ਨੰਬਰ 2 ਤੇ ਆਪਾਂ ਦੇਸ਼ ਦੀ ਆਜ਼ਾਦੀ ਕਹਿੰਦੇ ਆ ਵੀ ਆਪਾਂ ਦੇਸ਼ ਲਈ ਆਜ਼ਾਦ ਆਪਾਂ ਜੀ। ਨੰਬਰ 2 ਤੇ ਜੀ ਉਹਨੇ ਕੁੜੀ ਦੀ ਗਲਤੀ ਕੁਝ ਨਹੀਂ ਸੀਗੀ। ਆਪਾਂ ਕਹਿੰਦੇ ਵੀ ਦੇਸ਼ ਆਜ਼ਾਦ ਹੋਵੇ। ਤੇ ਨੰਬਰ 2 ਤੇ ਜੀ ਮੈਡਮ ਕੋਠਾਰੀ, ਮੈਂ ਇਹ ਬਹੁਤ ਕਹਿੰਦੇ ਵੀ ਧੰਨਵਾਦ ਵੀ ਤੁਸੀਂ ਇੱਕ ਆਪਾਂ ਬਹੁਤ ਵਧੀਆ ਵੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ। ਤੇ ਨੰਬਰ 2 ਤੇ ਜਦੋਂ ਆਪਾਂ ਵੀ ਮੁੰਡਾ ਕਿਸੇ ਕੁੜੀ ਨੂੰ ਛੇੜੇ ਤੇ ਉਦੋਂ ਤਾਂ ਵੀ ਆਪਣੀ ਇਹ ਮਸ਼ੂਕ ਹੈ। ਨੰਬਰ 2 ਤੇ ਜਦੋਂ ਆਪ ਵੀ ਕੁੜੀ ਹੁੰਦੀ ਹੈ ਉਦੋਂ ਕਹਿੰਦੇ ਵੀ ਇਹ ਤਾਂ ਸਾਡੀ ਗਰਲਫ੍ਰੈਂਡ ਹੈ। ਨੰਬਰ 3 ਤੇ ਉਹਨੇ ਬਹੁਤ ਗਲਤ ਨੂੰ ਪੁਲਿਸ ਕੇ ਲੈ ਕੇ ਜਾਣਾ, ਇਹ ਚੰਗੀ ਚੀਜ਼ ਨਹੀਂ ਹੈਗੀ। ਨੰਬਰ 3 ਤੇ ਆਪਾਂ ਬੱਚਿਆਂ ਦੀ ਆਪਾਂ ਕਹਿੰਦੇ ਆਪਾਂ ਮਨ ਮਰਜ਼ੀ ਕਰੋ ਜੀ। ਠੀਕ ਹੈ, ਸ਼ੁਕਰੀਆ ਆਪਣੀ ਗੱਲ ਰੱਖਣ ਦੇ ਲਈ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਜੀ, ਹਾਂਜੀ ਲੱਗਦਾ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਹੈ। ਸੋ ਦਰਸ਼ਕ ਜਿਹੜੇ ਵੀ ਜੁੜੇ ਸਨ, ਸੋ ਕਿਤੇ ਨਾ ਕਿਤੇ ਨਿਸ਼ੀ ਮੈਮ, ਤੁਹਾਨੂੰ ਨਹੀਂ ਲੱਗਦਾ ਕਿ ਬਿਹੇਵੀਅਰ ਬਹੁਤ ਮੈਟਰ ਕਰਦਾ ਹੈ? ਤੁਸੀਂ ਆਪਣੇ ਬੱਚਿਆਂ ਦੇ ਕਿੰਨੇ ਕਲੋਜ਼ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ? ਕਿਉਂਕਿ ਕਿਤੇ ਨਾ ਕਿਤੇ ਜਦੋਂ ਇੱਕ ਪਿਓ ਆਪਣੀ ਧੀ ਦੇ ਨਾਲ ਗੱਲ ਕਰਦਾ, ਸੋ ਬਹੁਤ ਸਾਰੀਆਂ ਬਾਉਂਡੇਸ਼ਨ ਆ ਜਾਂਦੀਆਂ ਨੇ। ਤੁਸੀਂ ਆਪਣੇ ਫਾਦਰ ਸਾਹਿਬ ਨਾਲ ਇਹ ਗੱਲ ਨਹੀਂ ਕਰਨੀ ਜਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨਾ, ਤੁਸੀਂ ਇੰਨੀ ਲਿਮਿਟ ਦੇ ਵਿੱਚ ਗੱਲ ਕਰਨੀ। ਕਿ ਤੁਹਾਨੂੰ ਲੱਗਦਾ ਕਿ ਇੱਦਾਂ ਦੀਆਂ ਬਾਉਂਡਰੀਜ਼ ਹੋਣੀਆਂ ਚਾਹੀਦੀਆਂ ਨੇ ਇਸ ਰਿਸ਼ਤੇ ਦੇ ਵਿੱਚ? ਕਿਉਂਕਿ ਧੀ ਨੂੰ ਤਾਂ ਬੜਾ ਕਲੋਜ਼ ਮੰਨਿਆ ਜਾਂਦਾ ਨਾ ਆਪਣੇ ਪਿਓ ਦੇ, ਤੇ ਪਿਓ ਤੋਂ ਹੀ ਉਹ ਸਭ ਕੁਝ ਸਿੱਖਦੀ ਹੈ।
ਨਹੀਂ ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਟਾਈਮ ਹੁਣ ਹੈਗਾ, ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਹੁਣ ਇਹ ਟਾਈਮ ਨਹੀਂ ਹੈਗਾ ਕਿ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਫਾਦਰ ਨਾਲ, ਇਹ ਗੱਲ ਨਹੀਂ ਕਰ ਸਕਦੇ ਮਦਰ ਨਾਲ। ਅੱਜ ਦਾ ਟਾਈਮ ਇਹ ਹੈਗਾ ਕਾਫੀ ਓਪਨ ਹੋ ਗਿਆ ਇਨਵਾਇਰਨਮੈਂਟ, ਸਾਡਾ ਮੀਡੀਆ ਲੈ ਲਓ ਜਾਂ ਸਾਡੇ ਸਕੂਲ ਕਾਲਜਸ ਲੈ ਲਓ, ਅਸੀਂ ਹਰ ਟਾਈਪ ਦੀ ਗੱਲ ਕਰ ਲੈਂਦੇ ਹਾਂ ਹੁਣ ਟੇਬਲ ਦੇ ਵਿੱਚ। ਤੇ ਆਈ ਡੋਂਟ ਥਿੰਕ ਸੋ ਕਿ ਫਾਦਰ ਨੂੰ ਅਸੀਂ ਨਾ ਕੰਸੀਡਰ ਕਰੀਏ ਕਿ ਬਈ ਫਾਦਰ ਨੂੰ ਇਹ ਗੱਲ ਨਹੀਂ ਕਹਿਣੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਦ ਪੇਰੈਂਟਸ ਦੀ ਗੱਲ ਆਉਂਦੀ ਹੈ, ਅਸੀਂ ਬਿਹੇਵੀਅਰ ਦੇ ਉੱਤੇ ਨਾ ਫੋਕਸ ਕਰਦੇ ਹੋਏ ਅਸੀਂ ਜੇ ਫੀਲਿੰਗ ਦੇ ਉੱਤੇ ਫੋਕਸ ਕਰਾਂਗੇ ਤਾਂ ਰਿਲੇਸ਼ਨਸ਼ਿਪ ਬੈਟਰ ਹੋਣਗੇ। ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੀ ਹਾਂ। ਜਿਵੇਂ ਕਦੀ ਤੁਹਾਡੇ ਘਰ ਕੋਈ ਗੈਸਟ ਆ ਜਾਣ, ਬੱਚੇ ਥੋੜਾ ਜਿਹਾ ਗੰਦਾ ਜਿਹਾ ਬਿਹੇਵੀਅਰ ਕਰਦੇ ਨੇ ਜਾਂ ਸ਼ੋਰ ਮਚਾ ਦੇਣ ਜਾਂ ਕੁਝ ਵੀ ਕਰਦੇ ਨੇ, ਤੇ ਪੇਰੈਂਟਸ ਬੱਚਿਆਂ ਤੇ ਗੈਸਟ ਤੋਂ ਜਾਣ ਤੋਂ ਬਾਅਦ ਪੇਰੈਂਟਸ ਬੱਚਿਆਂ ਤੇ ਸ਼ੋਰ ਕਰਦੇ ਨੇ ਕਿ ਤੁਸੀਂ ਇਸ ਤਰ੍ਹਾਂ ਕਿਉਂ ਬਿਹੇਵ ਕੀਤਾ, ਤੁਸੀਂ ਸਾਡੀ ਬੇਇੱਜ਼ਤੀ ਕਰਾਤੀ, ਤੁਸੀਂ ਇਹ ਕਰਾਤਾ, ਤੁਸੀਂ ਤੁਹਾਡਾ ਬਿਹੇਵੀਅਰ ਗੰਦਾ ਸੀਗਾ, ਤੁਹਾਡਾ ਬਿਹੇਵੀਅਰ ਐਕਸੈਪਟਡ ਨਹੀਂ ਸੀਗਾ। ਜਦ ਅਸੀਂ ਫੋਕਸ ਬਿਹੇਵੀਅਰ ਤੇ ਕਰਾਂਗੇ ਨਾ, ਬੱਚੇ ਨੂੰ ਇਹ ਲੱਗੇਗਾ ਕਿ ਇਹ ਇਨਸਾਨ ਆਪਣੀ ਈਗੋ, ਆਪਣੀ ਆਈਡੈਂਟੀਟੀ ਦੇ ਨਾਲ ਅਟੈਚ ਹੈ ਤੇ ਇਹ ਮੇਰਾ ਪੇਰੈਂਟ ਨਹੀਂ ਹੈਗਾ। ਬਿਹੇਵੀਅਰ ਤੋਂ ਫੋਕਸ ਹਟਾ ਕੇ ਜੇ ਅਸੀਂ ਫੀਲਿੰਗ ਤੇ ਫੋਕਸ ਕਰਾਂਗੇ, ਬਈ ਤੂੰ ਅੱਜ ਇਸ ਤਰ੍ਹਾਂ ਬਿਹੇਵ ਕੀਤਾ, ਕੀ ਗੱਲ ਹੋ ਗਈ, you were shouting in the party, why, what were you feeling? ਇਹ ਫਾਦਰ ਇਹ ਵੀ ਕਰ ਸਕਦਾ ਕਿ ਧੀਏ ਤੂੰ 2 ਦਿਨ ਘਰ ਨਹੀਂ ਆਈ, ਕੀ ਗੱਲ ਹੋ ਗਈ, ਕਿੱਥੇ ਅਸੀਂ ਫੇਲ ਹੋ ਗਏ, ਕਿੱਥੇ ਅਸੀਂ ਮਾੜੇ ਬਣ ਗਏ, ਕਿੱਥੇ ਤੈਨੂੰ ਪਿਓ ਦਾ ਨਹੀਂ ਅਹਿਸਾਸ ਹੋਇਆ, ਮਾਂ ਦਾ ਨਹੀਂ ਅਹਿਸਾਸ ਹੋਇਆ। ਇਹ ਗੱਲ ਵੀ ਕਰ ਸਕਦੇ ਸੀਗੇ। ਮਾਰਨ ਦਾ ਤਾਂ ਨਾਰਮਲ ਬਿਹੇਵੀਅਰ ਹੈ ਹੀ ਨਹੀਂ। ਤਾਂ ਬਿਹੇਵੀਅਰ ਨੂੰ ਨਾ ਫੋਕਸ ਕਰੋ, ਮੈਂ ਤਾਂ ਕਹਿੰਦੀ ਹਾਂ ਆਪਣੇ ਰਿਸ਼ਤਿਆਂ ਦੇ ਵਿੱਚ ਫੀਲਿੰਗ ਨੂੰ ਕਰੋ। ਤੁਹਾਡੇ ਆਪਣੇ ਰਿਲੇਸ਼ਨ ਵੀ ਹੁੰਦੇ, ਹਸਬੈਂਡ ਵਾਈਫ ਦੇ ਹੈਗੇ ਨੇ, ਬੱਚਿਆਂ ਦੇ ਨੇ, ਕਦੀ ਹਸਬੈਂਡ ਸ਼ਾਊਟ ਕਰ ਰਿਹਾ ਹੈ ਜਾਂ ਵਾਈਫ ਸ਼ਾਊਟ ਕਰਦੀ ਹੈ, ਕਦੀ ਵੀ ਉਹ ਝਗੜਾ ਰੋਕ ਕੇ ਤੁਸੀਂ ਕਹੋ ਬਈ ਤੁਸੀਂ ਸ਼ਾਊਟ ਕਰ ਰਹੇ ਹੋ, ਤੁਹਾਨੂੰ ਕੀ ਹੋ ਗਿਆ, ਕੀ ਫੀਲ ਕੀ ਕਰ ਰਹੇ ਹੋ ਜੀ। ਇਹਨੂੰ ਕਹਿੰਦੇ ਆ ਕਮਿਊਨੀਕੇਸ਼ਨ। ਦਿਸ ਇਜ਼ ਕਮਿਊਨੀਕੇਸ਼ਨ ਜਿਹੜਾ ਰਿਲੇਸ਼ਨ ਦੇ ਵਿੱਚ ਹੁਣ ਖਤਮ ਹੁੰਦਾ ਜਾਂਦਾ ਹੈ। ਅੱਜ ਦਾ ਟਾਈਮ ਹੈ, ਤੂੰ ਮੈਨੂੰ 2 ਗੱਲਾਂ ਕਹੀਆਂ ਨੇ, ਜਦ ਤੱਕ ਮੈਂ ਤੈਨੂੰ 4 ਨਾ ਕਹਿ ਲਾਂ ਮੈਂ ਨਹੀਂ ਚੁੱਪ ਕਰਕੇ ਬੈਠਾਂਗੀ। ਬਿਲਕੁਲ ਇਸ ਤਰ੍ਹਾਂ ਦਾ। ਬਿਲਕੁਲ। ਨਿਸ਼ੀ ਜੀ ਕਾਲਰ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। हेलो। हाँ जी मैम, कितों बोल रहे हो तुसी? सत श्री अकाल। फ्रॉम बरनाला। हाँ जी बच्चे। यस, मैंने ना आपसे ऐसे पूछना था, जो ये मर्डर हुआ है ये किस कारण हुआ है? ठीक है, शुक्रिया। बड़ी मासूमियत ਦੇ ਨਾਲ ਇੱਕ ਬੱਚੇ ਨੇ ਜਿਹੜਾ ਸਵਾਲ ਪੁੱਛਿਆ, ਸ਼ਾਇਦ ਉਹਨੂੰ ਪਤਾ ਵੀ ਨਹੀਂ ਹੈ ਕਿ ਅਸੀਂ ਕਿਸ ਟੌਪਿਕ ਤੇ ਗੱਲ ਕਰ ਰਹੇ ਹਾਂ, ਪਰ ਹਾਂ ਟੀਵੀ ਤੇ ਦੇਖ ਰਹੇ ਨੇ। ਸੋ ਜ਼ਿਹਨ ਦੇ ਵਿੱਚ ਇੰਪੈਕਟ ਕਿੰਨਾ ਪੈਂਦਾ ਹੈ ਨਾ ਜਦੋਂ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖਦੇ ਹੋ ਜਾਂ ਗੱਲਾਂ ਬਾਤਾਂ ਕਰਦੇ ਹੋ। ਸੋ ਛੋਟੇ ਜਿਹੇ ਬੱਚੇ ਨੂੰ ਵੀ ਇਸ ਚੀਜ਼ ਦਾ ਜਵਾਬ ਚਾਹੀਦਾ ਕਿ ਆਖਿਰਕਾਰ ਕਿਉਂ ਪਿਓ ਨੇ ਆਪਣੀ ਧੀ ਨੂੰ ਮਾਰ ਦਿੱਤਾ। ਨਿਸ਼ੀ ਜੀ, ਅਸੀਂ ਗੱਲ ਕਰ ਰਹੇ ਸੀ ਚੰਡੀਗੜ੍ਹ ਦੀ ਉਸ ਘਟਨਾ ਦੇ ਬਾਰੇ ਜਿਸ ਵਿੱਚ ਇੱਕ ਧੀ ਦੇ ਵੱਲੋਂ ਆਪਣੇ ਪਿਓ ਨੂੰ ਮਾਰ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਦਰਸ਼ਕ ਵੀ ਜੁੜਨਾ ਚਾਹੁੰਦੇ ਨੇ, ਉਹ ਵੀ ਗੱਲਬਾਤ ਕਰ ਰਹੇ ਨੇ। ਸੋ ਮੈਂ ਇੱਕ ਵਾਰ ਫਿਰ ਤੋਂ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਨਿਸ਼ੀ ਜੀ ਤੁਹਾਡੇ ਤੱਕ ਆਵਾਂਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ, ਮਲੋਟ ਤੋਂ ਬੋਲ ਰਹੇ ਸੀ, ਦਰਸ਼ਨ ਕੁਮਾਰ। ਹਾਂਜੀ ਦਰਸ਼ਨ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਮੈਡਮ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਘਟਨਾ ਹੋਈ ਹੈ ਨਾ, ਬਹੁਤ ਯਾਨੀ ਕਿ ਮੱਦਭਾਗੀ ਹੈ, ਬਹੁਤ ਦਿਲ ਨੂੰ ਯਾਨੀ ਕਿ ਬਹੁਤ ਅਫਸੋਸ ਹੋਇਆ ਇਸ ਚੀਜ਼ ਦਾ। ਔਰ ਦੂਸਰੀ ਗੱਲ ਮੈਡਮ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ 101% ਇਹ ਯਾਨੀ ਕਿ ਜਿਹੜੀ ਬੇਟੀ ਨਾਲ ਕੀਤਾ ਗਿਆ ਨਾ, ਇਹਦਾ ਸੱਕਾ ਬਾਪ ਹੈ ਹੀ ਨਹੀਂ। ਇਹ ਤੁਸੀਂ ਦੇਖ ਲਿਓ 2-3 ਦਿਨ ਰੋਕ ਕੇ ਵੀ ਇਹ ਖਬਰ ਆਏਗੀ, ਇਹਦਾ ਸੱਕਾ ਬਾਪ ਨਹੀਂ ਹੋ ਸਕਦਾ ਇਹ। ਕਿਉਂਕਿ ਜਿਹੜਾ ਸੱਕਾ ਬਾਪ ਹੁੰਦਾ ਨਾ, ਆਪਦੇ ਜਿਗਰ ਦੇ ਟੁਕੜੇ ਨੂੰ ਇਸ ਤਰ੍ਹਾਂ ਨਹੀਂ ਕਰਦਾ। ਠੀਕ ਹੈ, ਇਨਸਾਨ ਹੈ, ਇਨਸਾਨ ਕੋਲ ਮੈਡਮ ਜੀ ਗਲਤੀਆਂ ਹੁੰਦੀਆਂ ਜੀ। ਇਨਸਾਨ ਇੱਕ ਗਲਤੀਆਂ ਦਾ ਪੁਤਲਾ ਹੈ। ਅਗਰ ਉਸ ਬੱਚੀ ਕੋਲ ਕੋਈ ਗਲਤੀ ਹੋਈ ਵੀ ਹੈ, ਤੁਸੀਂ ਅੰਦਰ ਬਹਿ ਕੇ ਉਹਨੂੰ ਤੁਸੀਂ ਯਾਨੀ ਕਿ ਪੁੱਛ ਸਕਦੇ ਸੀ, ਸਮਝਾ ਸਕਦੇ ਸੀ। ਔਰ ਸ਼ਰੇਆਮ ਇਸ ਤਰ੍ਹਾਂ ਮੋਟਰਸਾਈਕਲ ਮਗਰ ਲਾ ਕੇ ਘਸੀਟਣਾ, ਇਹ ਕਿੱਥੋਂ ਦਾ ਹੈਗਾ? ਇਹ ਇਸ ਤਰ੍ਹਾਂ ਦਾ ਪਰਮਾਤਮਾ ਦੀ ਸਜ਼ਾ ਨਹੀਂ ਦਿੰਦਾ ਜਿਹੜੀ ਸਜ਼ਾ ਇਸ ਇਨਸਾਨ ਨੇ ਦਿੱਤੀ ਹੈ। ਔਰ ਮੈਂ ਇਹ ਕਹਿੰਦਾ ਵੀ ਇਸ ਇਨਸਾਨ ਨੂੰ ਜਿਸ ਤਰ੍ਹਾਂ ਉਹਨੇ ਸਜ਼ਾ ਬੱਚੀ ਨੂੰ ਦਿੱਤੀ ਨਾ, ਇਸ ਇਨਸਾਨ ਨੂੰ ਇਹ ਸਜ਼ਾ ਇਸ ਤਰ੍ਹਾਂ ਹੀ ਮਿਲੇ ਇਹਨੂੰ, ਜਿਸ ਤਰ੍ਹਾਂ ਇਸਨੇ ਕੀਤਾ ਹੈ। ਬਹੁਤ ਯਾਨੀ ਕਿ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਨਿਸ਼ੀ ਜੀ, ਤੁਸੀਂ ਸੁਣਿਆ ਹੋਵੇਗਾ। ਠੀਕ ਹੈ, ਹਰ ਕਿਸੇ ਦੀ ਇੱਕ ਸੋਚ ਹੈ, ਉਹ ਸੋਚ ਦੇ ਮੁਤਾਬਿਕ ਕੰਮ ਕਰ ਰਿਹਾ। ਸ਼ਾਇਦ ਉਸ ਵੇਲੇ ਉਸ ਇਨਸਾਨ ਦੀ ਸੋਚ ਪਤਾ ਨਹੀਂ ਕਿੱਥੇ ਹੋਵੇਗੀ ਜਾਂ ਗੁੱਸਾ ਦਿਮਾਗ ਤੇ ਚੜਿਆ ਹੋਵੇਗਾ। ਸੋ ਚੰਡੀਗੜ੍ਹ ਦੀ ਘਟਨਾ ਦੀ ਗੱਲ ਕਰ ਰਹੇ ਸੀ ਜਿਸ ਵਿੱਚ ਇੱਕ ਧੀ ਦੇ ਵੱਲੋਂ ਹੀ ਆਪਣੇ ਪਿਓ ਨੂੰ ਮਾਰ ਦਿੱਤਾ ਗਿਆ। ਸੋ ਉਸ ਵੇਲੇ ਕੀ ਜ਼ਿਹਨ ਦੇ ਵਿੱਚ ਹੋਵੇਗਾ? ਤੁਹਾਡੇ ਵੱਲੋਂ ਸਮਝਣਾ ਚਾਹਾਂਗੇ ਕਿ ਦਿਮਾਗ ਦੀ ਇੱਕ ਜਿਹੜੀ ਸਨਕ ਹੈ, ਉਹ ਗੁੱਸਾ ਹੈ, ਉਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ।
ਨਹੀਂ, ਇਹ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਬ੍ਰੇਨ ਡਿਫਰੈਂਟ ਲੈਵਲ ਤੇ ਕੰਮ ਕਰਦਾ ਹੈ। ਕਈ ਵਾਰੀ ਸਾਡਾ ਇਮੋਸ਼ਨਲ ਬ੍ਰੇਨ ਇੰਨਾ ਹਾਵੀ ਹੋ ਜਾਂਦਾ ਹੈ, ਕਈ ਵਾਰੀ ਅਸੀਂ ਵੀ ਆਪਣੇ ਬਿਹੇਵੀਅਰ ਦੇ ਵਿੱਚ ਨੋਟਿਸ ਕਰਦੇ ਹਾਂ ਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਗਲਤ ਕਰ ਰਹੇ ਹਾਂ, ਅਸੀਂ ਸ਼ਾਊਟ ਕਰ ਰਹੇ ਹਾਂ, ਅਸੀਂ ਚਿੱਲਾ ਰਹੇ ਹਾਂ, ਅਸੀਂ ਗੰਦਾ ਬਿਹੇਵ ਕਰ ਰਹੇ ਹਾਂ, ਪਰ ਸਮਾਂ ਸਾਡਾ ਕੰਟਰੋਲ ਨਹੀਂ ਹੁੰਦਾ। ਇਹ ਉਹ ਸਟੇਜ ਹੁੰਦੀ ਹੈ ਜਦ ਤੁਹਾਡਾ ਇਮੋਸ਼ਨਲ ਬ੍ਰੇਨ ਤੁਹਾਡੇ ਉੱਤੇ ਬਹੁਤ ਹਾਵੀ ਹੋ ਜਾਏ, ਤੁਹਾਡੇ ਲੌਜੀਕਲ ਬ੍ਰੇਨ ਦੇ ਉੱਤੇ ਚੱਲਣਾ ਬੰਦ ਕਰ ਦੇ। ਇਹਨੂੰ ਕਰੈਕਟ ਕਰਨ ਵਾਸਤੇ ਕੀ ਹੁੰਦਾ ਕਿ ਜਦ ਵੀ ਤੁਹਾਡਾ ਦਿਨ ਖਤਮ ਹੋਏ ਤੁਸੀਂ ਆਪਣੇ ਸਾਰੇ ਬਿਹੇਵੀਅਰ ਨੂੰ ਜੱਜ ਕਰੋ, ਉਹਨੂੰ ਲੌਜੀਕਲੀ ਸੋਚੋ ਕਿ ਇਹਨਾਂ ਰਿਐਕਟ ਕਰਨਾ ਸਹੀ ਸੀਗਾ, ਇਹਨਾਂ ਮੈਨੂੰ ਰਿਐਕਟ ਕਰਨਾ ਚਾਹੀਦਾ ਸੀਗਾ। ਆਪਣੇ ਆਪ ਨੂੰ ਕੰਟੀਨਿਊਸਲੀ ਵਾਚ ਕਰੋ ਕਿ ਮੈਂ ਠੀਕ ਬਿਹੇਵ ਕਰ ਰਿਹਾ। ਜੇ ਤੁਹਾਨੂੰ ਲੱਗੇਗਾ ਕਿ ਨਹੀਂ ਮੈਂ ਨਹੀਂ ਬਿਹੇਵ ਕਰ ਰਿਹਾ, ਦੈਨ ਆਈ ਥਿੰਕ ਯੂ ਨੀਡ ਹੈਲਪ ਫॉर योर ਮੈਂਟਲ ਹੈਲਥ। ਇਹ ਬਹੁਤ ਹਾਈ ਟਾਈਮ ਹੈ ਹੁਣ ਅਸੀਂ ਸਮਝੀਏ ਕਿ ਫਿਜ਼ੀਕਲ ਹੈਲਥ ਫਿਟਨੈਸ ਕਰਨ ਤੋਂ ਜ਼ਿਆਦਾ ਮੈਂਟਲ ਹੈਲਥ ਨੂੰ ਆਪਾਂ ਧਿਆਨ ਦੇਈਏ ਕਿ ਛੋਟੀ ਛੋਟੀ ਗੱਲਾਂ 'ਚ ਜੇ ਅਸੀਂ ਟ੍ਰਿਗਰ ਹੋ ਕੇ ਹੁਣ ਕਤਲ ਕਰਨ ਲੱਗ ਗਏ ਤੇ ਫਿਰ ਵੇਅਰ ਆਰ ਸੋਸਾਇਟੀ ਇਜ਼ ਮੂਵਿੰਗ। ਇਹ ਬਹੁਤ ਹੀ ਜ਼ਿਆਦਾ ਸੀਰੀਅਸ ਵਿਸ਼ੇ ਹੋ ਗਿਆ ਹੁਣ। ਠੀਕ ਹੈ ਨਿਸ਼ੀ ਜੀ, ਠੀਕ ਹੈ ਆਪਾਂ ਕੁਝ ਲੋਕ ਨੇ, ਕੁਝ ਬੱਚੇ ਨੇ ਆਪਣੇ ਪੇਰੈਂਟਸ ਤੱਕ ਨਹੀਂ ਗੱਲ ਰੱਖ ਪਾਉਂਦੇ, ਉਹਨਾਂ ਨੂੰ ਲੱਗਦਾ ਕਿ ਜੇ ਗੱਲ ਕੀਤੀ ਤਾਂ ਸ਼ਾਇਦ ਅੱਗੋਂ ਪਤਾ ਨਹੀਂ ਕੀ ਰਿਐਕਸ਼ਨ ਮਿਲੇਗਾ। ਸੋ ਮਾਪਿਆਂ ਦਾ ਕੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਲੋਜ਼ ਰੱਖਣ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਨਾ ਹਰ ਕੋਈ ਬਿਜ਼ੀ ਹੈ, ਕਿਸੇ ਕੋਲ ਟਾਈਮ ਹੀ ਨਹੀਂ ਹੈ, ਫੋਨਾਂ ਦੇ ਉੱਤੇ ਬਿਜ਼ੀ ਹੈ, ਪਰ ਆਪਾਂ ਆਪਣੇ ਬੱਚਿਆਂ ਦੇ ਪ੍ਰਤੀ ਜਿਹੜਾ ਫਰਜ਼ ਹੈ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਭੁੱਲ ਚੁੱਕੇ ਹਾਂ? ਨਿਸ਼ੀ ਜੀ, ਇਸ ਦਾ ਸਵਾਲ ਦਾ ਜਵਾਬ ਵੀ ਤੁਹਾਡੇ ਕੋਲੋਂ ਲਵਾਂਗੇ, ਪਰ ਦਰਸ਼ਕ ਕੰਟੀਨਿਊਸਲੀ ਇਸ ਸਮੇਂ ਫੋਨ ਕਰ ਰਹੇ ਨੇ, ਸੋ ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਜੀ? ਮੈਂ ਕੁਰਸ਼ੇਤਰ ਤੋਂ ਬੋਲ ਰਿਹਾ ਜੀ, ਪਵਿੱਤਰ ਸਿੰਘ ਮੇਰਾ ਨਾਮ ਹੈ ਜੀ। ਪਵਿੱਤਰ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵਿਸ਼ੇ ਤੇ, ਤੁਹਾਨੂੰ ਕੀ ਲੱਗਦਾ ਮੈਂ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਸਾਡੇ ਸਿਸਟਮ ਦੇ ਵਿੱਚ ਜਿੱਥੇ ਇੰਨੀ ਐਜੂਕੇਸ਼ਨ ਦੂਸਰੀ ਦਿੱਤੀ ਜਾ ਰਹੀ ਹੈ, ਹਰ ਸਟੈਪ ਤੇ ਇੱਕ ਐਜੂਕੇਸ਼ਨ ਸਿਸਟਮ ਵੀ ਆਉਣਾ ਚਾਹੀਦਾ ਏਜ ਮੁਤਾਬਕ। ਜਦੋਂ ਵਿਆਹ ਹੋਣਾ ਤਾਂ ਵਿਆਹ ਤੋਂ ਪਹਿਲਾਂ, ਵਿਆਹ ਹੋ ਗਿਆ ਤਾਂ ਬੱਚਿਆਂ ਦੀ ਪੜ੍ਹਾਈ ਨੂੰ ਕਿੱਦਾਂ ਪਰਵਰਿਸ਼ ਕਰਨੀ ਹੈ, ਤੇ ਇਹ ਮੈਂਟਲ ਹੈਲਥ ਤੇ ਜਿਵੇਂ ਮੈਮ ਗੱਲ ਕਰ ਰਹੇ ਸੀ ਉਹ ਬਹੁਤ ਜ਼ਰੂਰੀ ਹੈ। ਮੇਰੀ ਰਿਕੁਐਸਟ ਵੀ ਇਹੀ ਹੈ ਕਿ ਇਦਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਜੀ ਕਿ ਜਿੱਥੇ ਅਸੀਂ ਬਾਕੀ ਸਭ ਕੁਝ ਸਿੱਖਦੇ ਹਾਂ, ਆਪਾਂ ਜ਼ਿੰਦਗੀ ਜੀਣ ਦੇ ਢੰਗ ਵੀ ਸਿੱਖ ਸਕੀਏ ਜੀ। ਮੇਰਾ ਐਕਸਪੀਰੀਅੰਸ ਇਹ ਕਹਿੰਦਾ ਕਿ ਇਹ ਨਹੀਂ ਸਿਖਾਇਆ ਜਾ ਰਿਹਾ। ਠੀਕ ਹੈ, ਪਰ ਕੁਝ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਕਰਨਾ ਚਾਹੀਦਾ ਹੈ ਜੀ, ਇਹ ਸਿੱਖਣਾ ਚਾਹੀਦਾ ਜੀ, ਲੇਕਿਨ ਉਹ ਟਾਈਮ ਨਿਕਲ ਚੁੱਕੇ ਹੁੰਦੇ ਨੇ। ਬਿਲਕੁਲ, ਸ਼ੁਕਰੀਆ ਪਵਿੱਤਰ ਜੀ। ਵਾਕਈ ਮਾਹੌਲ ਮਿਲਣਾ ਚਾਹੀਦਾ, ਔਰ ਦੂਸਰੇ ਪਾਸੇ ਫੀਲਿੰਗਸ ਲੈਸ ਜਿਹੜੇ ਰਿਸ਼ਤੇ ਹੋ ਚੁੱਕੇ ਨੇ, ਇੱਕ ਵਾਰ ਫਿਰ ਤੋਂ ਉਹਨਾਂ ਨੂੰ ਠੀਕ ਰੱਖੋ ਔਰ ਆਪਣੇ ਬੱਚਿਆਂ ਦੇ ਕਲੋਜ਼ ਹੋਵੋ, ਔਰ ਖਾਸ ਤੌਰ ਤੇ ਜਿਹੜੇ ਰਿਸ਼ਤੇ ਨੇ ਨਾ ਇੱਕੋ ਵਾਰੀ ਮਿਲਦੇ ਨੇ, ਉਹ ਬਾਰ-ਬਾਰ ਨਹੀਂ ਮਿਲਦੇ। ਸੋ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੀ ਕਿ ਫਿਲਹਾਲ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ, ਸੋ ਦੁਬਾਰਾ ਇੱਕ ਵਾਰ ਫਿਰ ਤੋਂ ਆਵਾਂਗੇ, ਫਿਰ ਇੱਕ ਵਾਰ ਇਸੇ ਚੀਜ਼ਾਂ ਦੇ ਉੱਤੇ ਗੱਲ ਕਰਾਂਗੇ ਕਿ ਆਖਿਰਕਾਰ ਰਿਸ਼ਤਿਆਂ ਨੂੰ ਸਹੀ ਕਿੱਦਾਂ ਕੀਤਾ ਜਾ ਸਕੇ। ਆਖਿਰਕਾਰ ਦੋਸ਼ੀ ਕੌਣ, ਇਸ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਦੂਜੇ ਪਾਸੇ ਇਹ ਵੀ ਗੱਲ ਕਰੀਏ ਕਿ ਆਖਿਰਕਾਰ ਹੈ ਕੀ, ਸਮਝੀਏ ਕੇਸ ਨੂੰ। ਸਾਡੇ ਨਾਲ ਜਿਹੜੇ ਸਾਡੇ ਖਾਸ ਮਹਿਮਾਨ ਨੇ ਨਿਸ਼ੀ ਕੋਠਾ, ਸਾਈਕੋਥੈਰੇਪਿਸਟ, ਲਗਾਤਾਰ ਜੁੜੇ ਹੋਏ ਨੇ। ਨਿਸ਼ੀ ਜੀ, ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੁਹਾਨੂੰ। ਨਿਸ਼ੀ ਜੀ, ਅਣਖ ਦੀ ਗੱਲ ਅਸੀਂ ਕਰ ਰਹੇ ਹਾਂ, ਗੁੱਸੇ ਦੀ ਗੱਲ ਕਰ ਰਹੇ ਹਾਂ, ਫੀਲਿੰਗਸ ਜਿਹੜੀਆਂ ਨੇ ਅਸੀਂ ਬਿਆਨ ਨਹੀਂ ਕਰ ਪਾਉਂਦੇ, ਮਾਪੇ ਦੂਰ ਹੋ ਚੁੱਕੇ ਨੇ ਬੱਚਿਆਂ ਤੋਂ, ਕਿੱਦਾਂ ਕਲੋਜ਼ ਕੀਤਾ ਜਾਵੇ? ਦੱਸੋ, ਇਹ ਰਿਸ਼ਤਿਆਂ ਨੂੰ ਮੁੜ ਤੋਂ ਦੁਬਾਰਾ ਇਕੱਠਾ ਕਿੱਦਾਂ ਕੀਤਾ ਜਾਵੇ? ਰਿਸ਼ਤਿਆਂ ਨੂੰ ਜਿੱਥੋਂ ਤੁਸੀਂ ਮਿਸ ਆਊਟ ਕੀਤਾ ਹੈਗਾ ਉੱਥੋਂ ਫੜ ਲਓ ਰਿਸ਼ਤਿਆਂ ਦੇ ਵਿੱਚ ਟਾਈਮ ਸਪੈਂਡ ਕਰਨ ਲੱਗ ਜਾਓ, ਰਿਸ਼ਤਿਆਂ ਦੇ ਵਿੱਚ ਗੱਲ ਕਰਨ ਸ਼ੁਰੂ ਕਰ ਦਿਓ, ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਨੂੰ ਟਰਸਟ ਕਰਨਾ ਸ਼ੁਰੂ ਕਰ ਦਿਓ, ਰਿਸ਼ਤਿਆਂ ਦੇ ਵਿੱਚ ਤੁਸੀਂ ਇੱਕ ਦੂਜੇ ਦਾ ਦੁੱਖ ਸਾਂਝਾ ਕਰਨਾ ਸ਼ੁਰੂ ਕਰ ਦਿਓ। ਜਦ ਬੱਚੇ ਹੁਣ, ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ, ਪੇਰੈਂਟਸ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਲੈਂਦੇ ਨੇ ਬੱਚਿਆਂ ਨੂੰ ਕਿ ਬੱਚੇ ਇਹ ਵੀ ਸਿੱਖਣ, ਬੱਚਿਆਂ ਨੂੰ ਪਤਾ ਹੋਏ। ਉਹ ਇੱਕ ਡੂਜ਼ ਤੇ ਡੋਂਟਸ ਦਾ ਇੱਕ ਲਿਸਟ ਬਣਾ ਦਿੰਦੇ ਕਿ ਯੂ ਕੈਨ ਡੂ ਦਿਸ, ਯੂ ਕੈਨ ਨਾਟ ਡੂ ਦਿਸ, ਹੈ ਨਾ, ਡੂ, ਮਸਟ, ਸ਼ੁੱਡ, ਤੁਸੀਂ ਇਹ ਲਿਸਟ ਬਣਾ ਦਿੰਦੇ ਹੋ ਬੱਚਿਆਂ ਵਾਸਤੇ। ਬੱਚੇ ਇਸ ਤਰ੍ਹਾਂ ਨਹੀਂ ਸਿੱਖਣਗੇ, ਬੱਚਿਆਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਦੇਰ ਇਜ਼ ਅ ਥ੍ਰੈਟ ਔਨ ਮਾਈ ਫਰੀडम। ਜਦ ਸਾਨੂੰ ਕੋਈ ਥ੍ਰੈਟ ਲੱਗਦਾ ਨਾ ਕਿ ਮੇਰੀ ਆਜ਼ਾਦੀ ਤੇ ਕੋਈ ਥ੍ਰੈਟ ਹੈਗਾ, ਤੇ ਬੱਚੇ ਨਹੀਂ ਸਿੱਖਦੇ। ਤੁਹਾਨੂੰ ਬੱਚਿਆਂ ਨੂੰ ਕਈ ਵਾਰੀ ਕਿਹਾ ਹੋਏਗਾ ਕਿ ਝੂਠ ਬੋਲਣਾ ਗਲਤ ਗੱਲ ਹੈ, ਪਰ ਕੀ ਅਸੀਂ ਹਟੇ ਝੂਠ ਬੋਲਣ ਤੋਂ? ਕਈ ਵਾਰੀ ਅਸੀਂ ਬੋਲਦੇ ਹਾਂ ਝੂਠ, ਪਰ ਬੱਚਿਆਂ ਤੋਂ ਬਚਪਨ ਤੋਂ ਸਿੱਖਦੇ ਆਏ ਆ। ਨਾਓ ਹੇਅਰ ਦਿਸ ਐਗਜ਼ਾਮਪਲ ਆਈ ਐਮ ਟਰਾਈਂਗ ਟੂ ਟੈਲ ਯੂ ਕਿ ਤੁਸੀਂ ਜਿਹੜਾ ਵੀ ਬਿਹੇਵੀਅਰ ਆਪਣੇ ਬੱਚੇ ਦੇ ਵਿੱਚ ਦੇਖਣਾ ਚਾਹੁੰਦੇ ਹੋ ਨਾ, ਤੁਸੀਂ ਉਹ ਆਪਣੇ ਕੈਰੈਕਟਰ ਦੇ ਵਿੱਚ ਲੈ ਕੇ ਆਓ ਜੀ, ਕਿ ਤੁਸੀਂ ਉਸ ਤਰ੍ਹਾਂ ਦੇ ਹੋ। ਇਫ ਯੋਰ ਕਰੈਕਟਰ ਰਿਫਲੈਕਟਸ ਦੈਟ, ਤੁਹਾਡਾ ਬੱਚਾ ਵੀ ਉਹ ਪਿਕ ਕਰ ਲੇਗਾ। ਇਹਨੂੰ ਕਹਿੰਦੇ ਮਿਰਰਿੰਗ। ਜਿਹੜਾ ਇਨਵਾਇਰਨਮੈਂਟ ਬੱਚਾ ਘਰ ਦੇ ਵਿੱਚ ਦੇਖੇਗਾ, ਬੱਚਾ ਉਸ ਤਰ੍ਹਾਂ ਦਾ ਹੀ ਹੋਏਗਾ।
ਜੀ ਤੇ ਹੁਣ ਪੇਰੈਂਟਸ ਖੁਦ ਤੁਸੀਂ ਨਸ਼ਾ ਕਰ ਰਹੇ ਹੋ, ਖੁਦ ਤੁਸੀਂ ਐਗਰੈਸਿਵ ਹੋ ਰਹੇ ਹੋ, ਖੁਦ ਤੁਸੀਂ ਗੁੱਸਾ ਕਰ ਰਹੇ ਹੋ ਤੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਹਾਡਾ ਬੱਚਾ ਬੜਾ ਸ਼ਾਂਤ ਹੋ ਕੇ ਪੜ੍ਹਾਈ ਕਰਕੇ ਕੋਈ ਕਰੀਅਰ ਬਣਾ ਲੇ। ਇਸ ਤਰ੍ਹਾਂ ਨਹੀਂ ਹੋਏਗਾ। ਇਨਵਾਇਰਨਮੈਂਟ ਤੁਹਾਡੇ ਹਿਊਮਨ ਬਿਹੇਵੀਅਰ ਦੇ ਵਿੱਚ ਇੰਪੈਕਟ ਕਰਦਾ ਹੀ ਕਰਦਾ ਹੈਗਾ। ਤੇ ਮੇਰੀ ਤਾਂ ਇਹੀ ਰਾਏ ਹੈਗੀ ਕਿ ਫੈਮਿਲੀ ਦੇ ਵਿੱਚ ਰਿਸ਼ਤਿਆਂ ਬਣਾਉਣ, ਰਿਸ਼ਤਿਆਂ ਮੇਨਟੇਨ ਕਰਨ, ਰਿਸ਼ਤੇ ਵਿੱਚ ਪਿਆਰ ਪਾਉਣ ਦੀ ਸਭ ਤੋਂ ਜ਼ਿਆਦਾ ਰਿਸਪੌਂਸਿਬਿਲਟੀ ਫਾਦਰ ਤੇ ਮਦਰ ਦੀ ਹੈਗੀ ਹੈ। ਬੱਚਿਆਂ ਦੀ ਬਾਅਦ ਚ ਆਉਂਦੀ ਹੈ ਰਿਸਪੌਂਸਿਬਿਲਟੀ। ਠੀਕ ਹੈ। ਨਿਸ਼ਾ ਮੈਮ ਕਾਲਰ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਨਾਲ ਜੋੜ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੈਡਮ ਚਲੋ ਬਹੁਤ ਵਧੀਆ ਪੁਲਿਸਿੰਗ ਕਰਦੇ ਪਏ ਆ ਕਿ ਹਾਂ ਵੀ, ਅਤੇ ਤੁਹਾਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਵਧੀ ਕਿਉਂ ਜੀ? ਮਤਲਬ ਕਿ ਤੁਸੀਂ ਇਹ ਚੀਜ਼ ਦਾ ਤੁਸੀਂ ਪਹਿਲਾਂ ਵੇਖੋ ਨਾ, ਜਿਹੜਾ ਵੈਸਟਰਨ ਦਾ ਹੌਲੀ ਹੌਲੀ ਪ੍ਰਭਾਵ ਆਪਣੇ ਆਉਂਦਾ ਹੁਣ ਜਿੱਦਾਂ ਮੈਡਮ ਨੇ ਚਲੋ ਸੂਟ ਪਾਇਆ ਜਾਂ ਕਿੱਦਾਂ ਹੌਲੀ ਹੌਲੀ ਇੱਥੋਂ ਤੱਕ ਕਰਦੇ ਉਹਨਾਂ ਨੇ ਕਿੰਨਾ ਜੀਨਾਂ ਦਾ ਜਾਂ ਕਿੱਦਾਂ, ਚਲੋ ਉਹ ਗੱਲ ਨਹੀਂ ਆਪਣਾ ਹੁੰਦਾ ਕਿ ਹਾਂ ਵੀ ਇਹ ਗੱਲ ਧਿਆਨ ਇਹ ਸੌਰੀ ਸੋਚ ਚੜੇ ਤੇ ਫਿਰ ਆਪਣੇ ਫਿਰ ਇਹਦੇ ਇੰਨੇ ਰੇਪ ਹੁੰਦੇ। ਠੀਕ ਹੈ, ਸ਼ੁਕਰੀਆ ਇਹਦੇ ਜੀ। ਬਾਣੀ ਵਿੱਚ ਵੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਜੇ, ਹੁਣ ਤੇ ਤੁਸੀਂ ਦਰਬਾਰ ਸਾਹਿਬ ਜਾਣ ਤੇ ਵੀ ਕਿੰਨੀਆਂ ਵੀਡੀਓ ਆ ਗਈਆਂ ਕਿ ਤੁਸੀਂ ਕੌਣ ਰੋਕਣ ਵਾਲੇ ਹੁੰਦੇ ਸਾਨੂੰ, ਸਾਡਾ ਤੇ ਕਿੰਨਾ ਤੁਹਾਨੂੰ ਹੱਲ। ਸੁਪਰੀਮ ਕੋਰਟ ਨੇ ਕਿਹਾ ਵਾ ਕਿ ਤੁਸੀਂ ਲਿਵਿੰਗ ਵਿੱਚ ਰਹੋ। ਠੀਕ ਹੈ, ਸ਼ੁਕਰੀਆ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਠੀਕ ਹੈ ਨਿਸ਼ੀ ਜੀ, ਤੁਸੀਂ ਸੁਣਿਆ ਹੀ ਹੋਵੇਗਾ ਕਾਲਰ। ਠੀਕ ਹੈ, ਹਰ ਕਿਸੇ ਦੀ ਸੋਚ ਅਲੱਗ-ਅਲੱਗ ਹੈ, ਹਰ ਕੋਈ ਆਪਣੇ ਮੁਤਾਬਿਕ ਸੋਚਦਾ ਹੈ। ਕੋਈ ਵੈਸਟਰਨ ਕਲਚਰ ਦੀ ਗੱਲ ਕਰਦਾ ਹੈ, ਕੋਈ ਸਿਰ ਤੇ ਕੁੜੀਆਂ ਦੇ ਚੁੰਨੀ ਹੋਣੀ ਚਾਹੀਦੀ ਹੈ, ਕੋਈ ਕਹਿੰਦਾ ਕਿ ਨਹੀਂ ਮੇਰਾ ਬੱਚਾ ਆਜ਼ਾਦ ਰਵੇ, ਉਹ ਆਪਣੀ ਜ਼ਿੰਦਗੀ ਜੀਵੇ। ਹਰ ਕਿਸੇ ਦਾ ਤਰੀਕਾ ਅਲੱਗ ਹੈ ਜ਼ਿੰਦਗੀ ਜਿਉਣ ਦਾ। ਪਰ ਜਦੋਂ ਅਸੀਂ, ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਬੱਚੇ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਾਡੇ ਸਮਝਾਉਣ ਦਾ ਤਰੀਕਾ ਸ਼ਾਇਦ ਸਹੀ ਨਹੀਂ ਹੋਵੇਗਾ? ਬਿਲਕੁਲ। ਦੇਖੋ ਜੀ, ਬੱਚਾ ਹੁੰਦਾ ਹੈਗਾ ਕੱਚੀ ਮਿੱਟੀ ਜੀ। ਤੁਸੀਂ ਉਹਨੂੰ ਜਿਹੜੀ ਸ਼ੇਪ ਦੋਗੇ ਉਹ ਲੈ ਲਏਗਾ। ਠੀਕ ਹੈ। ਦੂਜੀ ਗੱਲ ਇਹ ਹੈਗੀ ਹੈ, ਇਹਨਾਂ ਨੇ ਬਿਲਕੁਲ ਠੀਕ ਕੀਤਾ ਕਿ ਅੱਜ ਕੱਲ੍ਹ ਅਸੀਂ ਵੈਸਟ ਨੂੰ ਫੋਲੋ ਕਰ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕੱਪੜੇ ਪਾਉਣ ਤੋਂ ਤੁਹਾਡਾ ਓਪੀਨੀਅਨ, ਤੁਹਾਡਾ ਬ੍ਰੇਨ, ਤੁਹਾਡੀ ਮੈਂਟਲ ਹੈਲਥ ਦੇ ਉੱਤੇ ਕੋਈ ਇੰਪੈਕਟ ਪੈਂਦਾ ਹੈ। ਪਰ ਮੈਂ ਉਹਨਾਂ ਨੂੰ ਇੱਕ ਗੱਲ ਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਸਾਰੀ ਗੱਲਾਂ ਡਰੈਸ ਕੋਡ ਕੁੜੀਆਂ 'ਤੇ ਆ ਕੇ ਰਹਿ ਜਾਂਦੀਆਂ ਨੇ, ਸਿਰ 'ਤੇ ਦੁਪੱਟਾ ਹੋਏ, ਚੁੰਨੀ ਹੋਏ, ਕਿਉਂਕਿ ਇਹ ਸਾਡੀ ਟ੍ਰੈਡੀਸ਼ਨਲ ਡਰੈਸ ਹੈ। ਅਸੀਂ ਕਿੰਨੀ ਵਾਰੀ ਮੁੰਡਿਆਂ ਨੂੰ ਕਹਿੰਦੇ ਹਾਂ ਕਿ ਉਹ ਵੀ ਪਜਾਮਾ ਕੁੜਤਾ ਪਾ ਕੇ ਆਫਿਸ ਜਾਣ, ਜਾਂ ਲੁੰਗੀ ਪਾ ਕੇ ਕੁੜਤਾ ਜਾਣ, ਹੈ ਨਾ, ਜਾਂ ਪੱਗ ਰੱਖਣ ਸਿਰ 'ਤੇ। ਕਿੰਨੀ ਵਾਰੀ ਅਸੀਂ ਉਹਨਾਂ ਨੂੰ ਵੀ ਫੋਰਸ ਕਰਦੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬਹੁਤ ਜ਼ਿਆਦਾ ਡੋਮੀਨੈਂਸ ਜਾਂ ਬਹੁਤ ਜ਼ਿਆਦਾ ਐਂਗਰ ਸਾਨੂੰ ਸਿਰਫ ਕੁੜੀਆਂ ਦੇ ਉੱਤੇ ਦਿਖਾਉਣਾ ਚਾਹੀਦਾ ਕਿ ਕੁੜੀਆਂ ਸਾਡੇ ਘਰ ਦੀਆਂ ਇੱਜ਼ਤ ਨੇ। ਕੁੜੀਆਂ ਨੂੰ ਇੰਨਾ ਇੰਪੋਰਟੈਂਟ ਕਰ ਦਿਓ ਕਿ ਤੁਹਾਡੇ ਕਰਕੇ ਤੁਹਾਡੇ ਫਾਦਰ ਨੂੰ ਗੁੱਸਾ ਆ ਗਿਆ ਕਿਉਂਕਿ ਤੁਸੀਂ 2 ਦਿਨ ਨਹੀਂ ਆਏ। ਤਾਂ ਆਈ ਡੋਂਟ ਥਿੰਕ ਸੋ ਦੇਰ ਇਜ਼ ਟੂ ਮਚ ਆਫ ਪ੍ਰੈਸ਼ਰ ਔਨ ਕਿਡਸ। ਇੰਨਾ ਵੀ ਮੈਨੂੰ ਵੈਸਟ ਦਾ ਵੀ, ਮੈਂ ਜੇ ਕਹਾਂ ਵੈਸਟ ਦੇ ਵਿੱਚ ਵੀ ਇਹੋ ਜਿਹੀ ਘਟਨਾ ਕਿ 2 ਦਿਨ ਕੁੜੀ ਨਹੀਂ ਆਏ ਤੇ ਪਿਓ ਮਾਰ ਕੇ ਘਸੀਟੇ, ਆਈ ਡੋਂਟ ਥਿੰਕ ਸੋ ਇੰਨਾ ਵੈਸਟਰਨ ਵੀ ਐਗਰੈਸਿਵ ਹੋ ਗਿਆ ਇੰਨਾ। ਵਾਕਈ ਨਿਸ਼ੀ ਜੀ, ਜੋ ਤਸਵੀਰ ਦੇਖਿਆ ਨਾ, ਜੋ ਚੀਜ਼ਾਂ ਅਸੀਂ ਦੇਖੀਆਂ, ਵਾਕਈ ਇੱਕ ਮਾਂ ਦਾ ਵੀ ਦਿਲ ਜਿਹੜਾ ਪਸੀਜ ਜਾਵੇ, ਜਿਸ ਨੂੰ ਜੰਮਿਆ ਹੋਵੇਗਾ, ਆਖਰਕਾਰ ਪਿਓ ਹੈ ਉਹਦਾ, ਦਿਲ ਦੇ ਵਿੱਚ ਕੁਝ ਤਾਂ ਆਇਆ ਹੋਵੇਗਾ ਨਾ। ਸੋ ਇਹ ਚੀਜ਼ਾਂ ਡਿਸਟਰਬ ਕਰਦੀਆਂ ਨੇ ਵਾਕਈ ਕਿ ਸਮਾਜ ਕਿੱਥੇ ਜਾ ਰਿਹਾ ਸਾਡਾ। ਜੇ ਮਨਪ੍ਰੀਤ ਤੁਸੀਂ ਦੇਖੋਗੇ ਨਾ, ਛੋਟੀ ਜਿਹੀ ਕੁੜੀ ਨੇ ਬੜੀ ਇਨੋਸੈਂਟ ਜੀ ਕਾਲ ਕੀ ਇਹ ਮਰਡਰ ਦੀ ਕੀ ਕਾਰਨ ਸੀਗਾ, ਉਹਨੇ ਬੜੇ। ਹੁਣ ਤੁਸੀਂ ਇਹ ਦੇਖੋ, ਉਹ ਜਿਹੜਾ ਕਹਿ ਰਿਹਾ ਕਿ ਮੈਂ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ, ਤੁਸੀਂ ਇਹ ਦੇਖੋ ਉਹਨੇ ਬੱਚਿਆਂ ਦੇ ਮਨ 'ਚ ਡਰ ਵੀ ਪੈਦਾ ਕਰਤਾ ਹੈ ਕਿ ਫਾਦਰ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਹੈ। ਉਹਨੇ ਸਾਰੇ ਫਾਦਰਹੁੱਡ, ਪਿਤਾਹੁੱਡ ਨੂੰ ਜਾਂ ਫਾਦਰਹੁੱਡ ਨੂੰ ਜਾਂ ਪਿਤਾ ਨੂੰ ਕਲੰਕਿਤ ਕੀਤਾ ਹੈਗਾ। ਮਤਲਬ ਹੁਣ ਸਾਰੇ ਕੁੜੀਆਂ ਡਰਨਗੀਆਂ ਕਿ ਫਾਦਰ ਸਾਡਾ ਇਹ ਵੀ ਸਟੈਪ ਉਠਾ ਸਕਦਾ ਜੀ। ਮਤਲਬ ਇਹਨੂੰ ਮੈਂ ਨਹੀਂ ਕਹਾਂਗੀ ਇਹ ਗਲੋਰੀਫਾਈ ਹੈ, ਬਿਕੋਜ਼ ਬੱਚੇ ਹੁਣ ਜ਼ਿਆਦਾ ਫੀਅਰਫੁਲ ਹੋ ਜਾਣਗੇ ਆਪਣੇ ਪੇਰੈਂਟਸ ਨੂੰ ਲੈ ਕੇ ਕਿ ਪੇਰੈਂਟਸ ਕਿਸੇ ਵੀ ਐਕਸਟੈਂਟ ਤੱਕ ਗੁੱਸਾ ਕਰਕੇ ਸਾਡਾ ਕਤਲ ਵੀ ਕਰ ਸਕਦੇ ਨੇ। ਇਟ ਵਾਸ ਨਾਟ ਅ ਗੁੱਡ ਟ੍ਰੈਂਡ ਸੈਟਿੰਗ ਜੀ। ਵਾਕਈ ਨਿਸ਼ੀ ਜੀ। ਕਾਲਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਮੁਕਤਸਰ ਤੋਂ ਇੰਦਰਜੀਤ ਗੱਲ ਕਰ ਰਿਹਾ। ਹਾਂਜੀ ਇੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਲੱਗਦਾ ਕਿ ਜੋ ਬਿਹੇਵੀਅਰ ਇਸ ਪਿਤਾ ਦਾ ਸੀ ਉਹ ਸਹੀ ਸੀ? ਇਹ ਤਾਂ ਜੀ ਨਾ ਜਿਹੜੀ ਮੰਦਭਾਗੀ ਬਹੁਤ ਜ਼ਿਆਦਾ, ਵੀ ਆਪਾਂ ਜਿਹੜਾ ਕਹਿੰਦੇ ਹੁੰਦੇ ਆ ਵੀ ਬਹੁਤ ਜ਼ਿਆਦਾ ਮੰਦਭਾਗੀ ਹੋ ਗਈ। ਇਹ ਤਾਂ ਜੀ
ਬਹੁਤ 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 ਜ਼ਿਆਦਾ ਮੰਦਭਾਗੀ ਘਟਨਾ ਹੈਗੀ ਹੈ ਜੀ। ਦੇਖੋ ਪਹਿਲਾਂ ਮਰਡਰ ਕੀਤਾ ਜੀ, ਫਿਰ ਉਹਨੂੰ ਕਹਿੰਦੇ ਆ ਗਲੀਆਂ ਗੁਲੀਆਂ 'ਚ ਘੜੀਸਿਆ, ਫਿਰ ਉਹਨੂੰ ਕਹਿੰਦੇ ਆ ਲਾਈਨਾਂ ਤੇ ਸੁੱਟਿਆ। ਤੇ ਸੁੱਟਿਆ ਕਿਹਨੇ ਜੀ? ਉਹ ਕੁੜੀ ਦੇ ਫਾਦਰ ਸਾਹਿਬ ਨੇ। ਜ਼ਰੂਰੀ ਨਹੀਂ ਸੀਗਾ ਉਹ ਵੀ ਕੰਪਰੋਮਾਈਜ਼ ਵੀ ਕਰ ਸਕਦੇ ਸੀ, ਐਡੀ ਨਹੀਂ ਗੱਲ ਹੁੰਦੀ ਸੀ। ਜੇ ਉਹ ਪਹਿਲਾਂ ਕੰਪਰੋਮਾਈਜ਼ ਕਰ ਲੈਂਦੇ ਤਾਂ ਆ ਵੀ ਗੱਲ ਨਹੀਂ ਹੋਣੀ ਸੀ। ਇਹ ਤਾਂ ਹੁਣ ਇਹਨਾਂ ਨੇ ਜ਼ਿਆਦਾ ਹੀ ਬੱਚਿਆਂ ਦੇ ਮਨ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਕਿ ਜੇ ਕੋਈ ਉਸ ਦੇ ਵੀ ਕਹਿੰਦੇ ਆਪਾਂ ਨੀਅਰ ਵੀ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਪਿੱਛੇ ਹਟ ਜਾਏਗਾ। ਬਿਲਕੁਲ ਇੰਦਰ ਜੀ, ਤੁਸੀਂ ਸਹੀ ਕਹਿ ਰਹੇ ਹੋ। ਯਾਨੀ ਕਿ ਇੱਕ ਬਿਹੇਵੀਅਰ ਸੈੱਟ ਕਰ ਦਿੱਤਾ ਹੈ। ਜਿਹੜੇ ਵੀ ਇਹ ਚੀਜ਼ ਨੂੰ ਦੇਖਣਗੇ ਜਾਂ ਖਬਰ ਨੂੰ ਦੇਖਣਗੇ ਉਹ ਸੋਚਣਗੇ ਕਿ ਨਹੀਂ ਫਾਦਰ ਇਦਾਂ ਦੇ ਵੀ ਹੋ ਸਕਦੇ ਨੇ, ਪਤਾ ਨਹੀਂ ਉਹਨਾਂ ਦੇ ਫਾਦਰ ਬਹੁਤ ਚੰਗੇ ਹੋਣ, ਕਿਉਂਕਿ ਰੱਬ ਦਾ ਰੂਪ ਜਿਹੜੀਆਂ ਬੱਚੀਆਂ ਨੇ ਆਪਣੇ ਪਿਓ ਨੂੰ ਮੰਨਦੀਆਂ ਨੇ। ਸੋ ਪਰ ਇਸ ਖਬਰ ਤੋਂ ਬਾਅਦ ਬੱਚੇ ਵਾਕਈ ਉਹਨਾਂ ਦੇ ਜ਼ਿਹਨ ਦੇ ਵਿੱਚ ਕੋਈ ਨਾ ਕੋਈ ਦੂਜੀ ਤਸਵੀਰ ਵੀ ਬਣੀ ਹੋਵੇਗੀ। ਸ਼ੁਕਰੀਆ ਅੰਦਰ ਜੀ, ਆਪਣੀ ਜਿਹੜੀ ਹੈ ਤੁਸੀਂ ਗੱਲ ਰੱਖੀ ਹੈ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਹਿਸੀਲ ਪਾਤੜਾਂ ਤੋਂ ਸੁਖਬੀਰ ਸਿੰਘ, ਡਿਸਟ੍ਰਿਕਟ ਪਟਿਆਲਾ ਜੀ। ਜੀ ਸੁਖਬੀਰ ਜੀ। ਹਾਂਜੀ ਮੈਡਮ, ਗੱਲ ਇਹ ਹੈ ਵੀ ਟੀਵੀ ਤੇ ਬੈਠ ਕੇ ਆਪਾਂ ਗੱਲਾਂ ਤਾਂ ਬਹੁਤ ਕਰਦੇ ਆ, ਸਮਾਜ ਸੁਧਾਰਦੇ ਆ ਜੀ, ਲੇਕਿਨ ਜਿਹੜੀ ਲੜਕੀ ਹੁੰਦੀ ਹੈ ਉਹ ਸਭ ਤੋਂ ਨੇੜੇ ਆਪਣੇ ਫਾਦਰ ਦੇ ਹੁੰਦੀ ਹੈ। ਬਿਲਕੁਲ। ਤੇ ਲੜਕੀ ਜਿਹਨੇ ਇੱਕ ਫਾਦਰ ਨੇ ਉਹਨੂੰ 20 ਸਾਲ ਮਤਲਬ ਪਾਲਿਆ, ਔਰ ਉਹ ਕਿਸੇ ਦੇ ਨਾਲ ਉਹਦੀ ਮਤਲਬ ਕੋਈ ਗੱਲਬਾਤ ਹੋ ਗਈ ਕਿਸੇ ਲੜਕੇ ਨਾਲ ਤਾਂ 2-3 ਦਿਨਾਂ ਚ ਉਹ ਫਾਦਰ ਦੇ ਉਹ 20 ਸਾਲ ਭੁੱਲ ਜਾਂਦੀ ਹੈ ਔਰ ਉਸ ਲੜਕੇ ਨਾਲ ਚਲੀ ਜਾਂਦੀ ਹੈ ਜੀ। ਔਰ ਇਹ ਪਤਾ ਕੀ ਗੱਲ ਇਹ ਹੈ ਕਿ ਸਮਾਜ ਵਿੱਚ ਜੀਣਾ ਬੜਾ ਔਖਾ ਹੈ। ਬਾਅਦ ਵਿੱਚ ਉਹਦੇ ਫਾਦਰ ਵਾਸਤੇ ਸਮਾਜ ਦੇ ਵਿੱਚ, ਕਿਉਂਕਿ ਲੋਕੀ ਤਰ੍ਹਾਂ ਤਰ੍ਹਾਂ ਦੇ ਤਾਨੇ ਮਿਹਣੇ। ਸੁਖਬੀਰ ਜੀ, ਮੈਂ ਤੁਹਾਨੂੰ ਕੱਟਣਾ ਚਾਹਾਂਗੀ। ਠੀਕ ਹੈ, ਜੋ ਕੁਝ ਵੀ ਹੋਇਆ ਉਹ ਬਿਲਕੁਲ ਗਲਤ ਸੀ, ਕੁੜੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪਿਤਾ ਨੂੰ ਵੀ ਬੈਠ ਕੇ ਇੱਕ ਵਾਰੀ ਗੱਲ ਕਰ ਲੈਣੀ ਚਾਹੀਦੀ ਸੀ? ਤੁਸੀਂ ਉਸ ਸਮਾਜ ਦੀ ਗੱਲ ਕਰ ਰਹੇ ਹੋ ਜਿਸ ਸਮਾਜ ਨੇ ਤੁਹਾਨੂੰ ਕਦੀ ਦੇਣਾ ਨਹੀਂ, ਤੁਸੀਂ ਉਹ ਸੜਕ ਦੀ ਗੱਲ ਕਰ ਰਹੇ ਹੋ ਜਿਸ ਦੇ ਬਾਰੇ ਤੁਹਾਨੂੰ ਪਤਾ ਨਹੀਂ। ਤੁਸੀਂ ਵੀ ਤਾਂ ਗਲਤੀਆਂ ਕਰ ਸਕਦੇ ਹੋ, ਕੋਈ ਵੀ ਗਲਤੀ ਕਰ ਸਕਦਾ, ਪਰ ਗਲਤੀ ਦੀ ਸਜ਼ਾਏ ਮੌਤ ਨਹੀਂ ਹੋ ਸਕਦੀ। ਮਾਫ ਕਰਨਾ, ਇਹ ਬਿਹੇਵੀਅਰ ਹੈ ਇੱਕ ਕਿਸਮ ਦਾ। ਠੀਕ ਹੈ, ਉਸ ਪਿਤਾ ਨੂੰ ਵੀ ਗੁੱਸਾ ਆਇਆ ਹੋਵੇਗਾ, ਪਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਕਿਸੇ ਦੀ ਜਾਨ ਲਵੋ। ਤੁਸੀਂ ਜਨਮਦਾਤਾ ਹੋ ਸਕਦੇ ਹੋ, ਪਰ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ। ਸ਼ੁਕਰੀਆ, ਤੁਸੀਂ ਆਪਣੀ ਗੱਲ ਰੱਖੀ। ਸੋ ਨਿਸ਼ੀ ਜੀ, ਤੁਸੀਂ ਦੇਖਿਆ ਹੋਵੇਗਾ ਬਿਹੇਵੀਅਰ ਕਾਊਂਟ ਹੁੰਦਾ ਹੈ ਕਿਤੇ ਨਾ ਕਿਤੇ, ਪਰ ਸੋਚ ਜ਼ਹਿਨ ਗਲਤੀ ਕੀਤੀ ਹੈ। ਠੀਕ ਹੈ ਜੀ, ਸਮਾਜ ਦੇ ਵਿੱਚ ਮੂੰਹ ਦਿਖਾਉਣਾ, ਪਰ ਕਿਹੜੇ ਸਮਾਜ ਦੀਆਂ ਤੁਸੀਂ ਗੱਲਾਂ ਕਰਦੇ ਹੋ? ਕਿਸ ਸਮਾਜ ਦੀਆਂ ਗੱਲਾਂ ਕਰਦੇ ਹੋ? ਉਹ ਸਮਾਜ ਜਿਸ ਨੇ ਤੁਹਾਨੂੰ ਕਦੀ ਆ ਕੇ ਪੁੱਛਿਆ ਨਹੀਂ ਕਿ ਤੁਸੀਂ ਠੀਕ ਹੋ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਸਹੀ ਚੱਲ ਰਹੇ ਹੋ। ਬਸ ਸਿਰਫ ਗੱਲਾਂ ਜ਼ਿਹਨ ਦੇ ਵਿੱਚ ਅਣਖਦੀਆਂ, ਇੱਜ਼ਤ ਦੀਆਂ। ਮੈਂ ਇਸ ਗੱਲ ਤੋਂ ਪਤਾ ਨਹੀਂ ਨਿਸ਼ੀ ਜੀ ਐਗਰੀ ਨਹੀਂ ਹੋਈ ਜੀ। ਤੁਹਾਨੂੰ ਨਾ ਮੈਂ ਇਹਦਾ ਇੱਕ ਸਪਿਰਿਚੁਅਲ ਐਂਗਲ ਦੱਸ ਦਿੰਦੀ ਹਾਂ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਦੇਰ ਇਜ਼ ਨੋ ਅਦਰ। ਇੰਗਲਿਸ਼ ਵਰਜਨ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿਉਂਕਿ ਮੈਂ ਪੰਜਾਬੀ 'ਚ ਨਹੀਂ ਪੜ੍ਹਿਆ ਸੀਗਾ। ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਦੇਰ ਇਜ਼ ਨੋ ਅਦਰ, ਮਤਲਬ ਦੂਜਾ ਕੋਈ ਹੈ ਹੀ ਨਹੀਂ, ਤੁਸੀਂ ਸਾਰੇ ਇੱਕੋ। ਮਤਲਬ ਮੈਂ ਹੁਣ ਗੱਲ ਕਰ ਰਹੀ ਹਾਂ ਤੁਹਾਡੇ ਨਾਲ, ਮਨਪ੍ਰੀਤ, ਨਿਸ਼ੀ, ਕਾਲਰ, ਉਹ ਮਰਡਰਰ, ਉਹ ਬੱਚੀ ਜਿਹਦਾ ਮਰਡਰ ਹੋਇਆ, ਇਹ ਸਾਰੇ ਇੱਕ ਹੈਗੇ ਨੇ। ਠੀਕ ਹੈ, ਦਿਸ ਇਜ਼ ਸਮਾਜ ਕੀ ਹੈਗਾ? ਅਸੀਂ ਬਣਾਉਂਦੇ ਹਾਂ ਨਾ ਸਮਾਜ, ਅਸੀਂ ਬਣਾਉਂਦੇ ਹਾਂ ਸਮਾਜ। ਸਮਾਜ ਨੂੰ ਤੁਸੀਂ ਮੂੰਹ ਨਹੀਂ ਦਿਖਾ ਸਕਦੇ। ਹੁਣ ਤੁਸੀਂ ਮਰਡਰ ਕਰਕੇ ਸਮਾਜ ਨੂੰ ਮੂੰਹ ਦਿਖਾ ਸਕਦੇ ਹੋ? ਤੁਸੀਂ ਕੀ ਸਮਾਜ ਸੈੱਟ ਕੀਤਾ ਹੈਗਾ? ਤੁਸੀਂ ਬੱਚਿਆਂ ਨੂੰ ਡਰਾਤਾ ਹੈ, ਤੁਸੀਂ ਕੁੜੀਆਂ ਨੂੰ ਡਰਾਤਾ ਹੈਗਾ, ਤੁਸੀਂ ਲਾਅ ਆਪਣੇ ਹੱਥ 'ਚ ਲੈ ਲਿਆ। ਤੁਸੀਂ ਇਹ ਦੱਸਤਾ ਹੈ ਕਿ ਲਾਅ, ਕਾਨੂੰਨ, ਰੂਲਸ, ਰੈਗੂਲੇਸ਼ਨ, ਬੱਚਿਆਂ ਦੀ ਆਜ਼ਾਦੀ, ਬੱਚਿਆਂ ਦੀ ਸੋਚ ਵਿਚਾਰ, ਮਾਂ ਦਾ ਦਿਲ। ਉਹ ਮਾਂ 'ਤੇ ਕੀ ਬੀਤੀ ਹੋਏਗੀ ਜਦ ਉਹਨੇ ਦੇਖਿਆ ਹੋਏਗਾ ਜਿਹਨੂੰ ਉਹਨੇ ਜਾਇਆ ਹੈਗਾ, ਉਹਦਾ ਹਸਬੈਂਡ। ਤੁਸੀਂ ਘਰ ਦੇ ਵਿੱਚ ਹਸਬੈਂਡ ਵਾਈਫ ਕਦੀ ਲੜਦੇ ਹੋ, ਤੁਹਾਡਾ ਹਸਬੈਂਡ ਤੁਹਾਡੇ ਬੱਚੇ ਨੂੰ ਮਾਰਦੇ ਜਾਂ ਵਾਈਫ ਬੱਚੇ ਨੂੰ ਮਾਰਦੇ, ਤੇ ਅਸੀਂ ਪਹਿਲਾਂ ਲੜ ਪੈਂਦੇ ਕਿ ਤੂੰ ਕਿਵੇਂ ਹੱਥ ਲਾਇਆ ਮੇਰੇ ਬੱਚੇ ਨੂੰ। ਉਸ ਮਾਂ ਦੀ ਕੀ ਕੋਈ ਰਾਈਟ ਨਹੀਂ ਸੀਗੀ? ਇਹ ਸਿਰਫ ਬੱਚਾ ਪਿਓ ਦੀ ਪ੍ਰੋਪਰਟੀ ਸੀਗਾ। ਦਿਸ ਇਜ਼ ਦ ਪ੍ਰੋਬਲਮ ਵਿਦ ਦ ਪੇਰੈਂਟਸ ਟੂਡੇ। ਦੇ ਥਿੰਕ ਕਿ ਮਾਈ ਚਾਈਲਡ ਇਜ਼ ਮਾਈ ਪ੍ਰੋਪਰਟੀ, ਉਹ ਮੇਰੀ ਸੰਪਤੀ ਹੈਗਾ। ਤੁਹਾਨੂੰ ਰੱਬ ਨੇ ਮਾਂ ਪਿਓ ਬਣਾਉਣ ਦਾ ਤੁਹਾਨੂੰ ਇੱਕ
ਖੁਸ਼ੀ ਦਿੱਤੀ ਹੈਗੀ, ਉਹਨੂੰ ਇੰਜੋਏ ਕਰੋ। ਉਸ ਤੋਂ ਬਾਅਦ ਰੱਬ ਦੇ ਹੱਥ ਛੱਡ ਦਿਓ। ਕੁੜੀ ਤੋਂ ਗਲਤੀ ਹੋਈ ਹੈ, ਉਹ ਉੱਤੇ ਵਾਲਾ ਦੇਖੇਗਾ। ਰੂਲਸ ਰੈਗੂਲੇਸ਼ਨ, ਜੇ ਇੰਨੀ ਕੋਈ ਗਲਤੀ ਕਰ ਦਿੱਤੀ ਹੈਗੀ ਹੈ, ਰੂਲਸ ਰੈਗੂਲੇਸ਼ਨ ਹੈਗੀਆਂ ਨੇ, ਉਹ ਦੇਖ ਲੈਣਗੇ। ਕਿਸ ਸਮਾਜ ਦੀ ਗੱਲਾਂ ਆਪਾਂ ਕਰ ਰਹੇ ਹਾਂ? ਅਸੀਂ ਤਾਂ ਸਮਾਜ ਬਣਾਉਂਦੇ ਹਾਂ। ਜੇ ਅਸੀਂ ਇਹ ਸਮਾਜ ਬਣਾਉਣਾ ਚਾਹੁੰਦੇ ਕਿ ਕੁੜੀ ਤੋਂ ਗਲਤੀ ਹੋ ਜਾਏ, 2 ਦਿਨ ਨਾ ਆਏ ਤੇ ਮਾਰ ਦਿਓ, ਮੈਨੂੰ ਨਹੀਂ ਲੱਗਦਾ ਇਹ ਦਿਸ ਇਜ਼ ਅ ਬਾਰਬੈਰਿਕ ਸਮਾਜ। ਇਹ ਤਾਂ ਉਹ ਹੋ ਗਿਆ ਪੁਰਾਣੇ ਜ਼ਮਾਨੇ ਦੇ ਵਿੱਚ। ਇਹ ਤਾਂ ਦਿਸ ਇਜ਼ ਇਲਿਟਰੇਟ ਵੇ ਆਫ ਵਾਕਈ ਨਿਸ਼ੀ ਜੀ, ਜ਼ਮਾਨਾ ਬਦਲ ਚੁੱਕਿਆ ਹੈ, ਸੋਚਾਂ ਨੂੰ ਬਦਲਣਾ ਚਾਹੀਦਾ ਹੈ। ਆਖਿਰਕਾਰ ਸਾਡੇ ਬੱਚੇ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਨਾ ਸਾਡੇ ਲਈ ਅੱਗੇ ਵਧਦੇ ਨੇ। ਔਰ ਜਿਨ੍ਹਾਂ ਬੱਚਿਆਂ ਨੂੰ ਤੁਸੀਂ ਵਿਦੇਸ਼ਾਂ ਦੇ ਵਿੱਚ ਭੇਜਦੇ ਹੋ, ਕਿਸੇ ਵਿਸ਼ਵਾਸ ਦੇ ਨਾਲ ਹੀ ਭੇਜਦੇ ਹੋਵੋਗੇ। ਠੀਕ ਹੈ, ਗਲਤੀ ਹੋਈ ਹੈ, ਕਿਸੇ ਕੋਲ ਵੀ ਹੋ ਜਾਂਦੀ ਹੈ, ਅਸੀਂ ਵੀ ਕਦੀ ਨਾ ਕਦੀ ਗਲਤੀ ਕੀਤੀ ਹੋਵੇਗੀ, ਪਰ ਸਾਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਸਮਝਣ ਦੀ ਲੋੜ ਹੈ, ਉਹਨਾਂ ਦੇ ਨਾਲ ਗੱਲਾਂ ਕਰਨ ਦੀ ਲੋੜ ਹੈ। ਬੱਚੇ ਬਹੁਤ ਦੂਰ ਹੁੰਦੇ ਜਾਂਦੇ ਨੇ, ਸੋ ਕਿਤੇ ਨਾ ਕਿਤੇ ਪੈਰੈਂਟਿੰਗ ਮੈਟਰ ਕਰਦੀ ਹੈ। ਕਾਲਰ ਜੁੜੇ ਹੋਏ ਨੇ ਨਿਸ਼ੀ ਜੀ ਸਾਡੇ ਨਾਲ, ਉਹਨਾਂ ਨੂੰ ਸ਼ਾਮਿਲ ਕਰ ਲੈਣੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕਿਸ਼ਨਦੀਪ ਬੋਲ ਰਿਹਾ ਜਲੰਧਰ ਤੋਂ। ਜੀ ਕਿਸ਼ਨ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਡਮ ਦੇਖੋ, ਇਹ ਕਿੱਦਾਂ ਦਾ ਨਦਈ ਵੀ ਬਾਪ ਹੋਊਗਾ ਇਹਨੂੰ ਇਹ ਪਤਾ ਨਹੀਂ। ਬੱਚੀਆਂ ਜਿਹੜੀਆਂ ਹੁੰਦੀਆਂ ਨਾ, ਇਹਨੂੰ ਪੁੱਛੋ ਮੁੰਡਾ ਤੇਰਾ ਬਾਹਰ ਦੀ ਕੁੜੀ ਛੇੜ ਕੇ ਆ ਜਾਵੇ, ਤੂੰ ਖੁਸ਼ ਹੋ ਜਾਊਗਾ ਉੱਥੇ? ਮੁੰਡੇ ਕੁੜੀਆਂ ਫਰਕ ਇਹਨਾਂ ਨੇ ਪਾਇਆ। ਇਹ ਜਲਾਦ ਲੋਕ ਹੁੰਦੇ ਆ, ਇਹਨਾਂ ਨੂੰ ਬੱਚਿਆਂ ਬਾਰੇ ਪਤਾ ਹੀ ਨਹੀਂ। ਪਰਮਾਤਮਾ ਨੇ ਇਹਨੂੰ ਉਦਾਂ ਦੀ ਦੇ ਦਿੱਤੀ ਨੂੰ ਸਜ਼ਾ। ਕਰਮ ਇਹਦੇ ਮਾੜੇ ਸੀਗੇ, ਹੁਣ ਜੇਲ੍ਹ ਚ ਸੜੂਗਾ ਇਹ। ਜੀ ਜੀ, ਸ਼ੁਕਰੀਆ ਸ਼ੁਕਰੀਆ ਕਿਸ਼ਨ ਜੀ। ਹਾਂਜੀ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਘਨੌਰ ਤੋਂ ਬੋਲਦਾ, ਗੁਰਜਾਰ ਸਿੰਘ ਜੀ ਜੀ। ਕਹਿਣਾ ਮੈਂ ਇਹ ਚਾਹੁੰਦਾ ਜੀ ਵੀ ਦੇਖੋ, ਸਾਡਾ ਜਿਹੜਾ ਸਮਾਜ ਹੈ ਜੋ ਟੁੱਟਦਾ ਜਾ ਰਿਹਾ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਬੱਚੇ ਜਿਹੜੇ ਦਾਦੀ ਦੇ ਦਾਦੇ ਦੇ ਨੇੜੇ ਸ਼ਾਮ ਨੂੰ ਬਹਿੰਦੇ ਸੀਗੇ, ਗੱਲਾਂ ਬਾਤਾਂ ਸੁਣਦੇ ਸੀ, ਗੁਰੂਆਂ ਪੀਰਾਂ ਸਾਡੇ ਪੈਗੰਬਰਾਂ ਦੀਆਂ ਕਹਾਣੀਆਂ ਸੁਣਦੇ ਸੀਗੇ, ਉਹਨਾਂ ਦੇ ਵਿੱਚ ਕਰੈਕਟਰ ਪੈਦਾ ਹੁੰਦਾ ਸੀ। ਅੱਜ ਇਹ ਸਾਰਾ ਕੁਝ ਟੁੱਟ ਗਿਆ। ਅੱਜ ਬੱਚੇ ਤੇ ਪੇਰੈਂਟਸ ਨੇ ਜਿਹੜੇ, ਉਹ ਦੂਰ ਦੂਰ ਹੋ ਕੇ ਸ਼ਾਮੀ ਕੋਈ ਆਪਣਾ ਮੋਬਾਈਲ ਨੂੰ ਪੂਰੀ ਪਿੱਠ ਕਰਕੇ ਚਲਾ ਰਿਹਾ, ਦੂਜੇ ਪਾਸੇ ਨੂੰ ਚਲਾ ਰਿਹਾ ਹੈ। ਇਹ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਖਤਮ ਹੋ ਗਈਆਂ, ਇਹ ਸਾਡੇ ਵਾਸਤੇ ਬਹੁਤ ਨੁਕਸਾਨਦੇਹ ਹੈ। ਬਾਕੀ ਜਿਹੜੀ ਇਹ ਘਟਨਾ ਹੋਈ ਹੈ, ਇਹਦੇ ਵਿੱਚ ਮੇਰਾ ਵਿਚਾਰ ਇਹ ਹੈ ਜੀ ਵੀ ਕਸੂਰ ਦੋਵੇਂ ਪਾਸੇ। ਬਿਲਕੁਲ, ਬੱਚੇ ਨੇ ਜਿਹੜੇ ਇਹ ਵੀ ਇੱਕ ਨਜਾਇਜ਼ ਆਜ਼ਾਦੀ ਚਾਹੁੰਦੇ ਨੇ। ਹੁਣ ਜਿੱਦਾਂ ਦਾ ਲੜਕੀ ਦਾ ਬਿਹਾਰ ਸੀਗਾ, ਮੈਨੂੰ ਪਤਾ ਲੱਗਿਆ ਉਸ ਪਿੰਡ ਦੇ ਵਿੱਚ ਤਕਰੀਬਨ 20 ਲੜਕੀਆਂ ਨੇ ਪਿੰਡ 'ਚ ਸ਼ਾਦੀ ਕਰ। ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਵੀ ਜਿਹੜੇ ਉਹਦੇ ਪੇਰੈਂਟਸ ਨੇ ਦੂਜਿਆਂ ਦੇ ਨਾਲ ਦੁਸ਼ਮਣੀ ਨਹੀਂ ਰੱਖਦੇ, ਭਾਵੇਂ ਉਹਦਾ ਭਰਾ ਹੈ ਭਾਵੇਂ ਪਿਤਾ ਹੈ। ਜਦੋਂ ਆਪਣੀ ਲੜਕੀ ਆਪਣੇ ਪਿੰਡ 'ਚ ਆਪਣੇ ਸ਼ਰੀਕ ਦੇ ਵੱਸਦੀ ਹੈ ਤਾਂ ਦੇਖੋ, ਇਹ ਜਰਨਾ ਤਾਂ ਹੋ ਜਾਂਦਾ ਬਹੁਤ ਔਖਾ। ਤਾਂ ਬੱਚੇ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਸੀਗਾ। ਪਰ ਜਿਹੜੀ ਸਜ਼ਾ ਹੈਗੀ ਹੈ, ਇਹ ਮੈਂ ਸਮਝਦਾ ਵੀ ਅਣਹੋਣੀ ਹੈ, ਇਹ ਨਹੀਂ ਸੀ ਹੋਣੀ ਚਾਹੀਦੀ। ਸਮਝਾਇਆ ਜਾ ਸਕਦਾ ਸੀਗਾ ਤੇ ਕਿਤੇ ਹੋਰ ਲੜਕੀ ਦਾ ਵਿਆਹ ਕਰ ਦਿੰਦੇ। ਤੇ ਮੈਂ ਸਾਰੀ ਸਮੱਸਿਆ ਦਾ ਸਮਝਦਾ ਵੀ ਜਿਹੜਾ ਹੈਗਾ ਜੜ ਹੈਗੀ ਹੈ ਇਹ ਮੋਬਾਈਲ ਹੈ। ਸਾਡੇ ਬੱਚੇ ਮੋਬਾਈਲ ਨੇ ਸਾਡੇ ਨਾਲ ਤੋੜ ਤੇ ਸਾਡਾ ਕੰਮ ਖਤਮ ਕਰਤਾ। ਬੱਚੇ ਕੰਮ ਕਰਨ ਨੂੰ ਤਿਆਰ ਨਹੀਂ, ਕੋਈ ਗੇਮ ਖੇਡ ਰਿਹਾ ਹੈ, ਟੈਨਸ਼ਨ 'ਚ ਫਿਰਦੇ ਨੇ। ਬੱਚੇ ਮਾਂ ਬਾਪਿਆਂ ਦਾ ਕੋਈ ਪਿਆਰ ਨਹੀਂ, ਨਾ ਬੱਚਿਆਂ ਨੂੰ ਜਿਹੜਾ ਮਾਂ ਬਾਪਾਂ ਨੂੰ ਬੱਚਿਆਂ ਦਾ ਪਿਆਰ ਮਿਲੇ ਜੀ। ਇਸ ਕਰਕੇ ਮੈਡਮ ਇਸ ਪਾਸੇ ਜ਼ਰੂਰ ਦੇਖਣ ਦੀ ਲੋੜ ਹੈ। ਨੈਟ ਹੈ ਜਿਹੜਾ ਵਪਾਰੀ ਵਾਸਤੇ ਹੈ, ਆਹ ਨੈਟ ਦੇ ਉੱਪਰ ਜੋ ਕੁਝ ਸਾਡੇ ਬੱਚੇ ਦੇਖਦੇ ਨੇ ਉਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ। ਇਹ ਤੇ ਜ਼ਰੂਰ ਪਾਬੰਦੀ ਲੱਗਣੀ ਚਾਹੀਦੀ ਹੈ, ਇਹਦਾ ਕੋਈ ਸੀਮਤ ਟਾਈਮ ਹੋਣਾ ਚਾਹੀਦਾ ਜੀ। ਸ਼ੁਕਰੀਆ ਸ਼ੁਕਰੀਆ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਹਾਂਜੀ ਹਾਂਜੀ, ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਗਲਤੀ ਸਾਰੀ ਪੈਰੈਂਟਸ ਦੀ ਹੈ ਜੀ। ਪੈਰੈਂਟਸ ਦੀ ਗਲਤੀ ਹੈ। ਜੇਕਰ ਲੜਕੀ ਉਤੇ ਥੋੜਾ ਜਿਹਾ ਪਹਿਲਾਂ ਹੀ ਕੰਟਰੋਲ ਕੀਤਾ ਹੁੰਦਾ, ਇੱਥੋਂ ਤੱਕ ਨਹੀਂ ਗੱਲ ਪਹੁੰਚਦੀ ਜੀ। ਲੜਕੀ ਤੇ ਕੰਟਰੋਲ ਕਰਨਾ ਚਾਹੀਦਾ, ਬੱਚਿਆਂ ਨੂੰ ਪੈਰੈਂਟਸ ਦਾ ਪੂਰਾ ਕੰਟਰੋਲ ਕਰਨਾ ਚਾਹੀਦਾ ਲੜਕੀਆਂ ਤੇ। ਜੀ ਸ਼ੁਕਰੀਆ। ਹਾਂਜੀ, ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਚੰਡੀਗੜ੍ਹ ਤੋਂ ਬੋਲਦਾ ਜੀ। ਹਾਂਜੀ ਮੈਡਮ ਜੀ, ਇੱਥੇ ਇਹ ਬਹੁਤ ਬੜੀ ਗਲਤ ਘਟਨਾ ਹੋਈ ਹੈ ਜੀ। ਜੇ ਉਹ ਬੱਚੀ ਦੇ ਉੱਪਰ ਠੀਕ ਹੈ, ਉਹਨੂੰ ਥੋੜਾ ਜਿਹਾ ਮਿਸਟੇਕ ਹੋਈ ਹੈ ਉਤੋਂ, ਤੇ ਅੱਜ ਨਹੀਂ ਬੜੇ ਬੜੇ ਘਰਾਂ 'ਚ ਹੋ ਜਾਂਦੀਆਂ ਚੀਜ਼ਾਂ ਜੀ। ਤੇ ਉਹਨੂੰ ਥੋੜਾ ਜਿਹਾ ਇੰਨਾ ਜ਼ਿਆਦਾ ਦਿਮਾਗ 'ਚ ਲੈਣਾ। ਜੇ ਉਹਨੂੰ ਗੁੱਸਾ ਉਹ ਕੁੜੀ ਦੇ ਦਿਖਾ ਲਿਆ, ਉਹ ਮੁੰਡੇ ਦੇ ਕੀ ਜਾ ਉਹਦੇ ਘਰਦਿਆਂ ਦੇ ਕਿਉਂ ਨਹੀਂ ਦਿਖਾ ਲਿਆ? ਜੇ ਇੰਨਾ ਸ਼ੇਰ ਸੀਗਾ ਤਾਂ ਉਹ ਜੇ ਉਹਦੇ ਘਰ ਨੂੰ ਬਰਬਾਦ ਕੀਤਾ, ਉਹਦੀ ਬੱਚੀ ਨੂੰ ਮਿਸਗਾਈਡ ਕਰਕੇ ਆਪਣੇ ਲੈ ਕੇ ਆ ਜੀ। ਹੁਣ ਗੁੱਸਾ ਉੱਥੇ ਕਿਉਂ ਨਹੀਂ ਕੱਢਿਆ ਕਿ ਉੱਥੇ ਛਿੱਤਰ ਪੈਣੇ ਸੀ ਇਹਦੇ, ਉੱਥੇ ਜੁੱਤੀਆਂ ਪੈਣੀਆਂ ਸੀ ਇਹਦੀਆਂ ਨੂੰ। ਕੁੜੀ ਕਮਜ਼ੋਰ ਸੀ, ਇਸ ਲਈ ਉਹਦਾ ਕੰਮ ਕਰਤਾ ਇਹਨੇ ਕੱਲੀ ਦਾ ਜੀ। ਸੇਮ ਕੇਸ ਚੰਡੀਗੜ੍ਹ ਦਾ ਜੀ। ਉਹ ਸਾਡੀ ਦਿਹਾੜੀਦਾਰ ਆ, ਆਪਣੇ ਕਮਰਿਆਂ ਦਾ ਕਿਰਾਇਆ ਨਹੀਂ ਦੇਣ ਡਿਆ, ਨਸ਼ਾ ਕਰਕੇ। 2 ਕੁੜੀਆਂ ਉਹਦੀ ਮੈਂ ਹੁਣ ਵੀਡੀਓ ਦੇਖੀ ਛੋਟੀ ਭੈਣ ਦੀ ਜੀ।
ਉਹ ਦੱਸ ਰਹੀ ਹੈ ਵੀ ਰੋਜ਼ ਨਸ਼ਾ ਕਰਕੇ ਮਾਰਕੁੱਟ ਕਰਦਾ ਸੀ, ਘਰ ਦਾ ਕਿਰਾਇਆ ਨਹੀਂ ਦੇ ਸਕਦਾ, ਗਰੀਬੀ ਕਾਰਨ ਨਾਲ ਠੀਕ ਹੈ, ਗਰੀਬੀ ਆਉਂਦੀ ਜਾਂਦੀ ਹੈ, ਇਹਦਾ ਮਤਲਬ ਇਹ ਥੋੜ੍ਹਾ ਘਰ ਆ ਕੇ ਉਹ ਕਰੋ। ਜੇ ਉਹ ਕੁੜੀ ਨਾਲ ਉਹਦੇ ਚਾਕੂ ਮਾਰਦੀ ਤਾਂ ਉਹਨੂੰ ਉਲਟਾ ਲੜਕੀ ਸੇਮ ਘਟਨਾ ਹੀ ਹੋ ਜਾਣੀ ਸੀ, ਕੁੜੀ ਨੂੰ ਮਾਰ ਦੇਣਾ ਸੀ ਉਹਨੇ। ਬਿਲਕੁਲ ਬਿਲकुल ਸ਼ੁਕਰੀਆ ਆਪਣੀ ਗੱਲ ਰੱਖਣ ਦੇ ਲਈ। ਨਿਸ਼ੀ ਜੀ, ਬਹੁਤ ਸਾਰੀ ਕਾਲਸ ਆਈਆਂ, ਤੁਸੀਂ ਸੁਣਿਆ ਵੀ ਹੋਵੇਗਾ, ਕਿਸੇ ਨੇ ਸਹੀ ਕਿਹਾ, ਕਿਸੇ ਨੇ ਕਿਹਾ ਕੰਟਰੋਲ ਕਰੋ। ਜਿਹੜੀ ਚੰਡੀਗੜ੍ਹ ਦਾ ਮਸਲਾ, ਜਿਹੜੀ ਘਟਨਾ ਦੀ ਗੱਲ ਕੀਤੀ ਹੈ, ਜਿਹੜੇ ਲਾਸਟ ਕਾਲਰ ਸੀ, ਉਸ ਬੱਚੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜ਼ਹਿਨ ਦੇ ਵਿੱਚ ਕਿਤੇ ਨਾ ਕਿਤੇ ਆਇਆ ਤਾਂ ਇੱਕ ਵਾਰੀ ਹੋਵੇਗਾ ਕਿ ਮੇਰੇ ਫਾਦਰ ਸਾਹਿਬ ਨੇ, ਇਹਨਾਂ ਦੇ ਨਾਲ ਅਸੀਂ ਬਹੁਤ ਟਾਈਮ ਬਿਤਾਇਆ। ਤੁਹਾਨੂੰ ਨਹੀਂ ਲੱਗਦਾ ਕਈ ਵਾਰੀ ਮਜਬੂਰੀਆਂ ਜਾਂ ਜ਼ਹਿਨ ਦੇ ਵਿੱਚ ਕੁਝ ਗੱਲਾਂ ਆ ਜਾਂਦੀਆਂ ਨੇ, ਤੁਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਉਂਦੇ, ਤਾਂ ਇਸ ਸਿਚੁਏਸ਼ਨ ਦੇ ਵਿੱਚ ਕੰਟਰੋਲ ਕਿੱਦਾਂ ਕੀਤਾ ਜਾਵੇ? ਕਹਿੰਦੇ ਨੇ ਕਿ 30 ਸੈਕਿੰਡ ਹੁੰਦੇ ਨੇ ਸੁਸਾਈਡ ਦੇ ਟਾਈਮ ਵੀ, ਜਦੋਂ ਕੋਈ ਸੋਚਦਾ ਉਹ 30 ਸੈਕਿੰਡ ਆਰ ਜਾਂ ਪਾਰ ਵਾਲੀ ਗੱਲ ਹੁੰਦੀ ਹੈ। ਜੇਕਰ ਉਸ ਨੂੰ ਸਮਝਾ ਦਿੱਤਾ ਜਾਵੇ ਤਾਂ ਮਸਲਾ ਸੁਲਝ ਵੀ ਸਕਦਾ ਸੀ। ਸੋ ਉਸ ਵੇਲੇ ਕੀ ਹੋਇਆ ਹੋਵੇਗਾ? ਇਹ ਜਿਹੜੀ ਸੈਕਿੰਡ ਘਟਨਾ ਹੋਈ ਹੈ ਨਾ, ਜਿਹੜੀ ਦੂਜੀ ਘਟਨਾ ਹੋਈ ਹੈ, ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ 30 ਸੈਕਿੰਡ ਦੇ ਵਿੱਚ ਉਹਨੇ ਡਿਸਾਈਡ ਕੀਤਾ। ਇਹ ਓਵਰ ਅ ਪੀਰੀਅਡ ਆਫ ਟਾਈਮ ਬਿਲਡ ਹੁੰਦਾ ਹੈਗਾ। ਉਹ ਬੱਚੀ 19 ਸਾਲਾਂ ਦੀ ਸੀਗੀ, ਉਹਨੇ ਬਚਪਨ ਤੋਂ ਦੇਖਿਆ ਹੋਏਗਾ ਕਿ ਫਾਦਰ ਡਰਿੰਕ ਕਰਕੇ ਆਉਂਦਾ ਹੈ, ਘਰ 'ਚ ਖਾਣ ਨੂੰ ਹੈਗਾ ਨਹੀਂ। ਨੈਚੁਰਲੀ ਜੇ ਡਰਿੰਕ ਕਰਕੇ ਆਉਂਦਾ ਹੋਏਗਾ, ਆਪਣੀ ਵਾਈਫ ਤੇ ਆਪਣੇ ਬੱਚਿਆਂ ਤੇ ਹੱਥ ਚੱਕਦਾ ਹੋਏਗਾ। ਇਹਨਾਂ ਨੇ ਪਿਛਲੇ ਕਾਲਰ ਨੇ ਬੜੀ ਚੰਗੀ ਗੱਲ ਕੀਤੀ ਕਿ ਉਹਨੇ ਆਪਣੀ ਮਾਸੂਮ ਕੁੜੀ ਦੇ ਉੱਤੇ ਜ਼ੋਰ ਕਿਉਂ ਵਰਤਿਆ, ਉਹ ਮੁੰਡੇ ਘਰ ਕਿਉਂ ਨਹੀਂ ਗਿਆ, ਉਹਦੇ ਮੁੰਡੇ ਦੇ ਪਿਓ ਨੂੰ ਕਿਉਂ ਨਹੀਂ ਵੱਢਿਆ, ਕਿਉਂਕਿ ਇਹਨੂੰ ਪਤਾ ਸੀ ਕਿ ਇਹਨੂੰ ਛਿੱਤਰ ਪੈਣਗੇ। ਇਹਨਾਂ ਨੇ ਬਹੁਤ ਬਿਊਟੀਫੁਲੀ ਕਹੀ ਹੈ, ਅਸੀਂ ਆਪਣਾ ਐਂਗਰ ਵੀ ਨਾ ਕੈਲਕੂਲੇਟ ਵੇ ਨਾਲ ਕੱਢਦੇ ਹਾਂ। ਸਾਨੂੰ ਪਤਾ ਹੁੰਦਾ ਕਿ ਜੇ ਮੇਰੇ ਤੋਂ ਕੋਈ ਵੱਡਾ ਸ਼ਕਤੀਸ਼ਾਲੀ ਹੈ, ਅਸੀਂ ਉਸ ਤੋਂ ਪੰਗਾ ਨਹੀਂ ਲੈਣੇ। ਜੇ ਸਾਨੂੰ ਪਤਾ ਸਾਡੇ ਤੋਂ ਕੋਈ ਵੀਕ ਹੈ, ਅਸੀਂ ਉਸ ਤੋਂ ਪੰਗਾ ਲੈਣੇ ਆ। ਸੈਕਿੰਡ ਜਿਹੜਾ ਐਪੀਸੋਡ ਹੋਇਆ ਹੈਗਾ, ਇਹ ਐਪੀਸੋਡ ਵਿਕਟਮਹੁੱਡ ਦਾ ਹੈਗਾ। ਇਹ ਬੱਚੀਆਂ ਤੇ ਇਹਦੀ ਮਦਰ, ਇਹ ਪੂਰੇ ਐਪੀਸੋਡ ਦੇ ਵਿੱਚ ਮੈਨੂੰ ਵਿਕਟਮ ਦਿਖ ਰਹੀਆਂ ਨੇ, ਕਿਉਂਕਿ ਇਹ ਬੱਚੀਆਂ ਐਬਿਊਸਿਵ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀਆਂ ਸੀਗੇ। ਇਹਨਾਂ ਦਾ ਫਾਦਰ ਐਬਿਊਸਿਵ ਸੀਗਾ। ਦੇਖੋ, ਜਿਹੜਾ ਨਸ਼ੇ ਕਰਦਾ ਹੈ ਨਾ, ਉਹ ਨਸ਼ਿਆਂ ਤੱਕ ਲਿਮਿਟਿਡ ਨਹੀਂ ਹੁੰਦਾ। ਅਸੀਂ ਕਹਿੰਦੇ ਆ ਡਰਿੰਕਿੰਗ ਡਰਾਈਵਿੰਗ ਤੇ ਰੋਕ ਪੈਣੀ ਚਾਹੀਦੀ। ਮੈਨੂੰ ਤਾਂ ਇਹ ਵੀ ਲੱਗਦਾ ਕਿ ਜਦ ਬੰਦਾ ਨਸ਼ੇ ਤਾਂ ਹੋਏ, ਉਹਨੂੰ ਜੇਲ੍ਹ 'ਚ ਰੱਖੋ, ਉਹਨੂੰ ਘਰ ਵੀ ਨਹੀਂ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹ ਘਰ ਜਾ ਕੇ ਆਪਣੀ ਵਾਈਫ ਦੀ ਲਾਈਫ ਖਰਾਬ ਕਰਦਾ ਹੈ, ਆਪਣੇ ਬੱਚਿਆਂ ਦੀ ਲਾਈਫ ਖਰਾਬ ਕਰਦਾ ਹੈ ਨਾ। ਇੱਥੇ ਇਸ ਕੇਸ ਦੇ ਵਿੱਚ ਮੈਨੂੰ ਥੋੜਾ ਵਿਕਟਮਹੁੱਡ ਦਿਖ ਰਿਹਾ ਕੁੜੀਆਂ ਦੇ ਵੱਲੋਂ, ਕਿਉਂਕਿ ਦੇਖੋ ਜੀ, ਫਾਦਰ ਪ੍ਰੋਵਾਈਡਰ ਹੈਗਾ, ਉਹਨੇ ਫਾਈਨੈਂਸ਼ਲੀ ਤੁਹਾਨੂੰ ਸਪੋਰਟ ਕਰਨਾ, ਉਹਨੇ ਤੁਹਾਨੂੰ ਕੁਝ ਪ੍ਰੋਵਾਈਡ ਕਰਨਾ, ਉਹ ਤੁਹਾਡੇ ਇੱਕ ਸੋਰਸ ਆਫ ਪ੍ਰੋਟੈਕਸ਼ਨ ਹੈ। ਜੇ ਤੁਸੀਂ ਆਪਣੀ ਸਿਕਿਉਰਿਟੀ ਨੂੰ ਕਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਕਿੰਨੇ ਮਜਬੂਰ ਹੋਏ ਹੋਣਗੇ ਇਹ ਕਰਨ ਲਈ। ਇਹ ਹਾਦਸਾ ਇਨਸਟੈਂਟ ਹੋਇਆ ਹੋਏਗਾ ਤੇ ਜਲਦਬਾਜ਼ੀ ਦੇ ਵਿੱਚ ਚਾਕੂ ਚੁਕੂ ਜੋ ਵੀ ਹੋਇਆ ਇਸ ਦੇ ਵਿੱਚ ਹੋ ਸਕਦਾ ਹੈ। ਬਾਕੀ ਇਹਦੇ ਵਿੱਚ ਥੋੜਾ ਡਿਟੇਲ ਦੇ ਵਿੱਚ ਜਾਣਾ ਚਾਹੀਦਾ ਹੈ, ਪਰ ਇਸ ਕੇਸ ਦੇ ਵਿੱਚ ਸੈਕਿੰਡ ਘਟਨਾ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਟ ਇਜ਼ ਐਨ ਐਕਸੀਡੈਂਟ, ਇਟ ਇਜ਼ ਡੈਫੀਨੇਟ ਐਨ ਐਕਸੀਡੈਂਟ। ਤੇ ਜਿਹੜਾ ਸਮਝ ਆ ਰਿਹਾ ਉਹ ਥੋੜਾ ਡੋਮੈਸਟਿਕ ਵਾਇਲੈਂਸ, ਐਬਿਊਸਿਵ ਰਿਲੇਸ਼ਨਸ਼ਿਪ ਦਾ ਹੀ ਮੈਨੂੰ ਸਮਝ ਆ ਰਿਹਾ। ਠੀਕ ਹੈ ਨਿਸ਼ੀ ਜੀ, ਜਿਵੇਂ ਕਿ ਸਾਡੇ ਕਾਲਰ ਨੇ ਗੱਲ ਵੀ ਕੀਤੀ ਸੀ ਕਿ ਪਹਿਲਾਂ ਜਿਹੜੀਆਂ ਫੈਮਲੀਜ਼ ਹੁੰਦੀਆਂ ਸੀ ਇਕੱਠੀਆਂ ਰਹਿੰਦੀਆਂ ਸੀ, ਸਾਂਝੇ ਪਰਿਵਾਰ ਸਨ। ਹੁਣ ਨਿਊਕਲੀਅਰ ਹੋ ਗਈਆਂ, ਇਕੱਲੇ ਰਹਿੰਦੇ ਨੇ, ਪਿੰਡਾਂ ਤੋਂ ਦੂਰ ਜਾਂ ਆਪਣੇ ਘਰਦਿਆਂ ਤੋਂ ਦੂਰ ਜਾਂ ਵੱਖੋ ਵੱਖਰੇ ਕਿਤੇ ਕੰਮ ਕਰ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿਤੇ ਇਹਨਾਂ ਦੂਰੀਆਂ ਦਾ ਕਾਰਨ ਇਹ ਵੀ ਹੈ? ਬਿਲਕੁਲ ਜੀ, ਦੂਰੀਆਂ ਬਿਲਕੁਲ। ਘਰ ਦੇ ਵਿੱਚ ਹੁਣ ਸਾਰੇ ਬੱਚੇ ਆਉਂਦੇ ਨੇ, ਕਈ ਵਾਰੀ ਮੇਰੇ ਕੋਲ ਸੈਸ਼ਨ ਵਾਸਤੇ ਆਉਂਦੇ ਨੇ ਕਿ ਅੱਜ ਸਾਨੂੰ ਕੋਈ ਥੈਰੇਪਿਸਟ ਚਾਹੀਦੀ ਹੈ, ਅਸੀਂ ਆਪਣੀ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ। ਕਿਉਂਕਿ ਘਰ ਦੇ ਵਿੱਚ ਹੁਣ ਗ੍ਰੈਂਡ ਪੇਰੈਂਟਸ ਹੈਗੇ ਨਹੀਂ, ਨਾਨਾ ਨਾਨੀ, ਦਾਦਾ ਦਾਦੀ, ਭੂਆ ਮਾਸੀ, ਚਾਚਾ ਤਾਇਆ, ਕੋਈ ਨਹੀਂ ਹੈਗਾ। ਉਹ ਕਿਸ ਦੇ ਨਾਲ ਗੱਲ ਕਰਨ? ਮਾਂ ਪਿਓ ਆਪਣੇ ਮੋਬਾਈਲ ਦੇ ਨਾਲ ਬਿਜ਼ੀ ਹੈ। ਆਈ ਥਿੰਕ ਇਟ ਇਜ਼ ਹਾਈ ਟਾਈਮ ਕਿ ਅਸੀਂ ਜਦ ਘਰ ਜਾਂਦੇ ਹਾਂ, ਆਪਣੇ ਆਫਿਸ ਤੋਂ ਜਦ ਵੀ ਕੰਮ ਰੋਜ਼ਗਾਰ ਖਤਮ ਕਰਕੇ ਆਪਣੇ ਘਰ ਜਾਂਦੇ ਹਾਂ, ਸਾਨੂੰ ਆਪਣੇ ਫੋਨ ਬੰਦ ਕਰਨੇ ਚਾਹੀਦੇ ਨੇ। ਤੇ ਕਿਸੇ ਨੂੰ ਵੀ ਐਮਰਜੈਂਸੀ ਹੋਏ ਤੇ ਉਹ ਲੈਂਡਲਾਈਨ ਤੇ ਫੋਨ ਕਰ ਲੇ, ਉਹਨੂੰ ਪਲੀਜ਼ ਟੈਲੀਫੋਨ ਵਰਗੇ ਯੂਜ਼ ਕਰੋ, ਉਹਨੂੰ ਹੁਣ ਆਪਣਾ ਆਫਿਸ ਨਾ ਔਨ ਕਰੋ, ਕਿਉਂਕਿ ਉਹ ਟਾਈਮ ਹੈਗਾ ਜਦ ਤੁਸੀਂ ਆਪਣੇ ਬੱਚਿਆਂ ਨੂੰ ਦੋਗੇ। ਜੇ ਤੁਸੀਂ ਬੱਚਿਆਂ ਨੂੰ ਟਾਈਮ ਦੋਗੇ, ਸਾਡੀ ਸੁਸਾਇਟੀ, ਸਾਡਾ ਸਮਾਜ ਬੈਟਰ, ਬੈਲੈਂਸ ਤੇ ਹਾਰਮੋਨੀਅਸ ਹੋਏਗਾ। ਅਸੀਂ ਜ਼ਿਆਦਾ ਖੁਸ਼ ਰਹਾਂਗੇ ਐਜ਼ ਅ ਕੰਟਰੀ, ਐਜ਼ ਅ ਕਮਿਊਨਿਟੀ, ਐਜ਼ ਅ ਸੁਸਾਇਟੀ ਵਿਲ ਬੀ ਮੋਰ ਹੈਪੀ ਇਫ ਵੀ ਸਟਾਰਟ ਗਿਵਿੰਗ ਸਮ ਟਾਈਮ ਟੂ ਆਰ ਚਿਲਡਰਨ ਡਿਊਰਿੰਗ ਆਰ when we have a family time। ਜੀ ਜੀ, ਇਹ ਸਾਰੀ ਗਲਤੀ ਰਿਲੇਸ਼ਨਸ਼ਿਪ ਦੇ ਵਿੱਚ ਹੈ ਕਿ ਟਾਈਮ ਹੀ ਨਹੀਂ ਅਸੀਂ ਦੇ ਰਹੇ ਹਾਂ। ਅੱਜ ਤੋਂ ਸਭ ਤੋਂ ਜ਼ਿਆਦਾ ਪ੍ਰੈਸ਼ੀਅਸ ਚੀਜ਼ ਹੈਗੀ ਟਾਈਮ, ਤੇ ਤੁਸੀਂ ਟਾਈਮ ਦੇ ਸਕਦੇ ਹੋ ਆਪਣੇ ਬੱਚਿਆਂ ਨੂੰ, ਤੇ ਨਥਿੰਗ ਲਾਈਕ ਦੈਟ। ਬਿਲਕੁਲ ਨਿਸ਼ੀ ਜੀ, ਪਰ ਇਹ ਟਾਈਮ ਤਾਂ ਨਹੀਂ ਹੈਗਾ ਨਾ ਕਿਸੇ ਕੋਲ ਵੀ, ਟਾਈਮ ਕੱਢਣਾ ਪਊਗਾ। ਜੀ ਜੀ, ਬਿਕਾਜ਼ देयर इज नथिंग मोर important than a relationship। ਜੀ 65% of population of America says this, so that's a survey। ਜੀ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ ਹਾਂਜੀ, ਤੁਸੀਂ ਆਪਣੀ ਗੱਲ ਰੱਖੋ। ਹਾਂ, ਜਗਦੇਵ ਸਿੰਘ ਜਿਰਕਪੁਰ ਤੋਂ ਬੋਲਦੇ ਜੀ। ਹਾਂਜੀ ਜਗਦੇਵ ਜੀ। ਹਾਂਜੀ, ਮੈਂ ਕਿਹਾ ਜੀ ਜਿਹੜੇ ਮਨੁੱਖੀ ਰਿਸ਼ਤਿਆਂ 'ਚ ਆ ਰਹੀ ਨਾ ਘਾਟ ਆ ਰਹੀ ਹੈ ਜੀ, ਆਪਣੇ ਸਮਾਜਿਕ ਆਪਸ 'ਚ ਜੀ ਜੀ ਪਰਿਵਾਰਾਂ 'ਚ ਨਾ, ਇਹਦਾ ਮੇਨ ਕਾਰਨ ਕੀ ਸਾਡੇ ਹਿਸਾਬ ਨਾਲ ਨਾ
ਬੱਚਿਆਂ ਨੂੰ ਜਿਹੜੇ ਧਾਰਮਿਕ ਸੰਸਕਾਰ ਨਾ ਦੇਣੇ ਮਾਤਾ ਪਿਤਾ ਦੇ। ਅੱਛਾ ਜੀ। ਜੇਕਰ ਆਪਾਂ ਬੱਚਿਆਂ ਨੂੰ ਜੀ ਆਪਣਿਆਂ ਨੂੰ ਜਿੱਦਾਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਗੁਜਰ ਕੌਰ ਨੇ ਸਰਹੰਦ ਦੀਆਂ ਦੀਵਾਰਾਂ ਵਿੱਚ ਜਿੱਦਾਂ ਸ਼ਹੀਦੀ ਪ੍ਰਾਪਤ ਕਰੀ ਜੀ, ਹੈ ਜੀ, ਉਦਾਂ ਦੇ ਇਤਿਹਾਸ ਆਪਾਂ ਛੋਟੇ ਛੋਟੇ ਸੰਸਕਾਰ ਬੱਚਿਆਂ ਨੂੰ ਧਾਰਮਿਕ ਸੰਸਕਾਰਾਂ ਨਾਲ ਜੋੜਾਂਗੇ ਨਾ ਛੋਟਿਆਂ ਨੂੰ ਹੁੰਦਿਆਂ ਤੋਂ, ਤਾਂ ਇਹਨਾਂ ਨੌਬਤਾਂ ਤੱਕ ਨਹੀਂ ਸਾਡੇ ਪਹੁੰਚ ਸਕਦੇ ਜੀ ਪਰਿਵਾਰ। ਬਿਲਕੁਲ ਬਿਲਕੁਲ ਜਗਦੇਵ ਜੀ, ਤੁਸੀਂ ਇਹ ਗੱਲ ਬਿਲਕੁਲ ਸਹੀ ਕਿ ਇਤਿਹਾਸ ਦੇ ਨਾਲ ਜੋੜਨਾ, ਉਦਾਂ ਦੀਆਂ ਗੱਲਾਂ ਸਿਖਾਉਣੀਆਂ, ਬੱਚਿਆਂ ਦੇ ਜ਼ਿਹਨ 'ਚ ਪਾਉਣੀਆਂ। ਕਹਿੰਦੇ ਹਨ ਨਾ ਕਿ ਜੋ ਤੁਸੀਂ ਕਰਦੇ ਹੋ ਤੁਹਾਡੇ ਬੱਚਿਆਂ ਦੇ ਵਿੱਚ ਦਿਖਦਾ ਹੈ, ਯਾਨੀ ਕਿ ਰਿਜ਼ੈਂਬਲ ਕਰਦਾ। ਇਹ ਮਾਂ ਦੀ ਤਸਵੀਰ ਹੈ, ਇਹ ਬੱਚੀ ਬਿਲਕੁਲ ਆਪਣੇ ਪਿਓ 'ਤੇ ਗਈ ਹੈ, ਜਾਂ ਇੱਦਾਂ ਦੀਆਂ ਗੱਲਾਂ ਕਰਦੇ ਨੇ। ਜੋ ਅਸੀਂ ਸਿਖਾਵਾਂਗੇ ਉਹੀਓ ਬੱਚੇ ਸਿੱਖਣਗੇ। ਸੋ ਉਹੀਓ ਗੱਲ ਆ ਗਈ ਨਾ ਕਿ ਮਾਪਿਓ ਦਾ ਰੋਲ ਬਹੁਤ ਵੱਡਾ ਹੈ, ਸੋ ਉਹਨਾਂ ਨੂੰ ਸਮਝਣਾ ਚਾਹੀਦਾ। ਨਿਸ਼ੀ ਜੀ, ਤੁਸੀਂ ਕੀ ਕਹੋਗੇ ਇਸ ਗੱਲ ਦੇ ਉੱਤੇ? ਵਾਕਈ ਪੈਰੈਂਟਿੰਗ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ। ਇਹਨਾਂ ਨੇ ਬਹੁਤ ਚੰਗਾ ਪੁਆਇੰਟ ਰੱਖਿਆ, ਕਿਉਂਕਿ ਦੇਖੋ ਜੀ, ਇਸ ਤਰ੍ਹਾਂ ਅੱਜ ਕੱਲ੍ਹ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਜਦ ਬੱਚੇ ਪੜ੍ਹਦੇ ਨੇ ਨਾ ਸਕੂਲ 'ਚ, ਅਸੀਂ ਕਹਿੰਦੇ ਸਾਇੰਸ ਤੇ ਮੈਥਸ ਤੇ ਫੋਕਸ ਕਰ, ਇਹ 2 ਸਬਜੈਕਟ ਨੇ, ਬਾਕੀ ਕੋਈ ਸਬਜੈਕਟ ਨਹੀਂ ਹੈ। ਪਰ ਤੁਸੀਂ ਦੇਖੋ, ਜੇ ਸੁਸਾਇਟੀ ਨੇ ਚੇਂਜ ਹੋਣਾ ਹੈ ਨਾ, ਤੇ ਸਾਨੂੰ ਲਿਟਰੇਚਰ ਪੜ੍ਹਨਾ ਬੜਾ ਜ਼ਰੂਰੀ ਹੈ। ਤੁਹਾਡਾ ਲਿਟਰੇਚਰ, ਤੁਹਾਡਾ ਕਲਚਰ, ਤੁਹਾਡੀ ਹਿਸਟਰੀ ਕੀ ਹੈਗੀ ਹੈ, ਉਹ ਬਹੁਤ ਜ਼ਰੂਰੀ ਹੈ। ਤੇ ਸਮਾਜ ਦੇ ਵਿੱਚ ਚੇਂਜ ਲਾਉਣ ਵਾਸਤੇ ਜਾਂ ਸਮਾਜ ਨੂੰ ਹੈਲਦੀ ਰੱਖਣ ਵਾਸਤੇ ਅਸੀਂ ਆਰਟਸ ਦੇ ਸਬਜੈਕਟਸ ਨੂੰ ਨਾ ਨਿਗਲੈਕਟ ਕਰੀਏ। ਪੇਰੈਂਟਸ ਕਦੀ ਵਜੂਦ ਇੰਪੋਰਟੈਂਸ ਹੀ ਨਹੀਂ ਦਿੰਦੇ ਕਿ ਹਿੰਦੀ ਦੇ ਚੈਪਟਰ ਦੇ ਵਿੱਚ ਕੀ ਹੈਗਾ, ਪੰਜਾਬੀ ਦੇ ਚੈਪਟਰ ਦੇ ਵਿੱਚ ਕੀ ਹੈਗਾ, ਜਾਂ ਇੰਗਲਿਸ਼ ਦੇ ਵਿੱਚ ਕੀ ਹੈਗਾ। ਕਲਚਰ ਨੂੰ ਬਿਲਡ ਕਰਨ ਵਾਸਤੇ, ਸੁਸਾਇਟੀ ਦੇ ਵਿੱਚ ਚੇਂਜ ਲਾਉਣ ਵਾਸਤੇ ਤੁਹਾਨੂੰ ਲੈਂਗੁਏਜ, ਲਿਟਰੇਚਰ ਤੇ ਜ਼ਰੂਰ ਫੋਕਸ ਕਰਨਾ ਚਾਹੀਦਾ। ਤੁਹਾਨੂੰ ਆਪਣੀ ਹਿਸਟਰੀ ਜ਼ਰੂਰ ਦੱਸਣੀ ਚਾਹੀਦੀ ਹੈ। ਠੀਕ ਹੈ ਨਿਸ਼ੀ ਜੀ, ਸਮਾਜ ਦੀ ਅਸੀਂ ਗੱਲ ਕਰਦੇ ਹਾਂ, ਮਤਲਬ ਸਮਾਜ ਹੁਣ ਗੱਲਾਂ ਕਰ ਰਿਹਾ ਨਾ, ਸਮਾਜ ਹੀ ਦੱਸ ਰਿਹਾ, ਸਮਾਜ ਹੀ ਸਾਨੂੰ ਕਾਲ ਕਰ ਰਿਹਾ, ਸਮਾਜ ਹੀ ਦੱਸ ਰਿਹਾ ਕਿ ਕੀ ਸਹੀ ਹੈ ਤੇ ਕੀ ਗਲਤ। ਸਹੀ ਗਲਤ ਦਾ ਫੈਸਲਾ ਕੌਣ ਕਰੇਗਾ? ਸਹੀ ਗਲਤ ਦਾ ਫੈਸਲਾ ਪਹਿਲਾਂ ਤਾਂ ਸਿੱਧੀ ਜੀ ਗੱਲ ਹੈ, ਸਾਰਿਆਂ ਨੂੰ ਪਤਾ ਹੁੰਦਾ। ਜੇ ਅਸੀਂ 2 ਮਿੰਟ ਅੱਖਾਂ ਬੰਦ ਕਰਕੇ ਜਾਈਏ ਨਾ ਆਪਣੇ ਅੰਦਰ, ਸਾਨੂੰ ਪਤਾ ਹੁੰਦਾ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਪਰ ਸਮਟਾਈਮਸ ਅਸੀਂ ਇਮੋਸ਼ਨਸ ਦੇ ਬਹਾਵ ਦੇ ਵਿੱਚ ਆ ਕੇ ਇੰਨਾ ਕੁਝ ਗਲਤ ਕਹਿ ਜਾਂਦੇ ਨੇ, ਇੰਨਾ ਕੁਝ ਗਲਤ ਬਿਹੇਵੀਅਰ ਕਰ ਜਾਂਦੇ ਨੇ ਕਿ ਸਾਡੇ ਤੇ ਤੱਕ ਕੰਟਰੋਲ ਨਹੀਂ ਰਹਿੰਦਾ। ਤੇ ਜਸਟ ਇਹ ਸੈਸ਼ਨ ਐਂਡ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ, ਕਦੀ ਵੀ ਕੋਈ ਰਿਐਕਸ਼ਨ ਸ਼ੋ ਕਰਨ ਤੋਂ ਪਹਿਲਾਂ 2 ਮਿੰਟ ਪਹਿਲਾਂ ਅੱਖਾਂ ਬੰਦ ਕਰਕੇ ਸੋਚ ਲਓ ਕਿ ਇਹ ਰਿਐਕਸ਼ਨ ਰਿਕੁਆਇਰਡ ਹੈਗਾ ਕਿ ਨਹੀਂ, ਮੈਨੂੰ ਇਹ ਕਰਨਾ ਚਾਹੀਦਾ ਕਿ ਨਹੀਂ। ਇੱਕ ਵਾਰੀ ਜੇ ਅਸੀਂ ਆਪਣਾ ਕ੍ਰਾਸ ਚੈੱਕ ਕਰਦੇ ਰਹੀਏ ਕਿ ਮੈਂ ਇਹ ਬਿਹੇਵੀਅਰ ਕਰਾਂ ਕਿ ਨਾ ਕਰਾਂ, ਤੇ ਆਈ ਥਿੰਕ ਵੀ ਕੈਨ ਹੈਵ ਅ ਵੈਰੀ ਬੈਲੈਂਸ ਸੁਸਾਇਟੀ। ਬਿਲਕੁਲ ਨਿਸ਼ੀ ਜੀ, ਵਾਕਈ ਬਿਹੇਵੀਅਰ ਮੈਟਰ ਕਰਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੇ। ਸਾਂਝ ਰਿਸ਼ਤਿਆਂ ਦੇ ਵਿੱਚ ਬਣੀ ਰਹੇ ਬਹੁਤ ਜ਼ਰੂਰੀ ਹੈ। ਸੋ ਸਭ ਨੂੰ ਜ਼ਰੂਰਤ ਹੈ ਇੱਕ ਦੂਜੇ ਦੀ। ਆਪਣੇ ਬੱਚਿਆਂ ਦੇ ਨਾਲ ਬੈਠੋ, ਜਾਂ ਜਿਹੜੀ ਵੀ ਰਿਸ਼ਤੇ ਦੇ ਵਿੱਚ ਤੁਸੀਂ ਹੋ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨਿਸ਼ੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਸਾਡੇ ਨਾਲ ਕੀਤੀਆਂ ਨੇ। ਸ਼ੁਕਰੀਆ। ਸੋ ਅਣਖ ਦੀ ਗੱਲ, ਮਾਨ ਦੀ ਗੱਲ, ਇੱਜ਼ਤ ਦੀ ਗੱਲ, ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ ਇੱਕ ਵਾਰੀ ਫਿਰ ਤੋਂ ਅਸੀਂ ਆਪਣੇ ਬੱਚਿਆਂ ਬਾਰੇ ਸੋਚੀਏ ਤੇ ਬੱਚੇ ਵੀ ਆਪਣੇ ਮਾਤਾ ਪਿਤਾ ਦੇ ਬਾਰੇ ਸੋਚਣ ਕਿ ਵਾਕਈ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਮਾਪੇ ਉਹਨਾਂ ਲਈ ਬਹੁਤ ਜ਼ਰੂਰੀ ਨੇ। ਸੋ ਰਿਸ਼ਤਿਆਂ ਨੂੰ ਅਸੀਂ ਸਾਂਭੀਏ। ਸੋ ਜ਼ਿੰਦਗੀ ਦੇ ਵਿੱਚ ਇੱਕੇ ਵਾਰੀ ਮਿਲਦੇ ਨੇ, ਜੇਕਰ ਚਲੇ ਗਏ ਤਾਂ ਇਹਨਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਸੋ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣਨ ਦੇ ਲਈ। ਧੰਨਵਾਦ।